ਫਤਿਹ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਨਿੱਘਾ ਸਵਾਗਤ ਹੈ ਜੀ। ਤੇ ਮੈਂ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਹਰਮਨ ਪਿਆਰਾ ਪ੍ਰੋਗਰਾਮ ਵਿਸ਼ੇਸ਼ ਮੁਲਾਕਾਤ। ਹਰ ਵਾਰ ਦੀ ਤਰ੍ਹਾਂ ਇੱਕ ਨਵੀਂ ਸ਼ਖਸੀਅਤ ਤੇ ਨਵੇਂ ਵਿਸ਼ੇ ਦੇ ਨਾਲ ਆਪ ਜੀ ਨੂੰ ਰੂਬਰੂ ਕਰਵਾਵਾਂਗਾ। ਅੱਜ ਇੱਕ ਵਿਲੱਖਣ ਵਿਸ਼ੇ ਤੇ ਵਿਚਾਰਾਂ ਦੀ ਸਾਂਝ ਪਾਉਣ ਲਈ ਸਾਡੇ ਨਾਲ ਨੇ ਉਹ ਸ਼ਖਸੀਅਤ ਜਦੋਂ ਵੀ ਕਦੀ ਪੰਜਾਬ ਦੇ ਵਿੱਚ ਦਸਤਾਰ ਦੇ ਪ੍ਰਚਾਰ ਦਾ ਨਾਂ ਆਉਂਦਾ ਹੋ ਹੀ ਨਹੀਂ ਸਕਦਾ ਕਿ ਸਰਦਾਰੀਆਂ ਟਰਸਟ ਦਾ ਨਾਂ ਨਾ ਆਵੇ। ਤੇ ਜਦੋਂ ਸਰਦਾਰੀਆਂ ਟਰਸਟ ਦਾ ਕਿਤੇ ਵੀ ਨਾਂ ਆਉਂਦਾ ਹੈ ਤੇ ਸਤਨਾਮ ਸਿੰਘ ਦਬੜੀ ਖਾਨਾ ਇੱਕ ਐਸਾ ਨਾਂ ਹੈ ਪੂਰੇ ਵਰਲਡ ਦੇ ਵਿੱਚ ਵਸਦੇ ਹੋਏ ਸਿੱਖ ਭਾਈਚਾਰਾ ਜਿੱਥੇ ਵੀ ਪੰਜਾਬੀ ਵਸਦੇ ਨੇ ਦਸਤਾਰ ਦੀ ਪ੍ਰਮੋਸ਼ਨ ਵਾਸਤੇ ਸਰਦਾਰ ਸਤਨਾਮ ਸਿੰਘ ਜੀ ਦਬੜੀ ਖਾਨਾ ਉਹਨਾਂ ਦਾ ਨਾਂ ਹਮੇਸ਼ਾ ਹੀ ਬਹੁਤ ਵੱਡੇ ਪੱਧਰ ਤੇ ਜ਼ਿਕਰ ਹੁੰਦਾ ਹੈ। ਸੋ ਅੱਜ ਸਾਡੇ ਨਾਲ ਨੇ ਵੀਰ ਜੀ ਸਤਨਾਮ ਸਿੰਘ ਜੀ ਦਬੜੀ ਖਾਨਾ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿੱਘਾ ਸਵਾਗਤ ਹੈ ਜੀ ਸਟੂਡੀਓ ਦੇ ਵਿੱਚ। ਸੋ ਅਗਰ ਸਰਦਾਰ ਸਤਨਾਮ ਸਿੰਘ ਜੀ ਦਬੜੀ ਖਾਨਾ ਸਾਡੇ ਨਾਲ ਨੇ ਤਾਂ ਓਬਵੀਅਸਲੀ ਹੈ ਕਿ ਅਸੀਂ ਅੱਜ ਦਾ ਵਿਸ਼ਾ ਜਿਹੜਾ ਹੈ ਉਹ ਦਸਤਾਰ ਦੇ ਪ੍ਰਚਾਰ ਦੀ ਹੁਣ ਤੱਕ ਏਡੀ ਵੱਡੀ ਲਹਿਰ ਜੋ ਸਰਦਾਰੀਆਂ ਟਰਸਟ ਨੇ ਸ਼ੁਰੂ ਕੀਤੀ ਉਹਦੇ ਬਾਬਤ ਰਹੇਗਾ। ਤੇ ਨਾਲ ਦੀ ਨਾਲ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਹੈ ਦੂਜੀ ਵਾਰੀ ਸਰਦਾਰੀਆਂ ਟਰਸਟ ਵੱਲੋਂ ਕੀਤਾ ਜਾ ਰਿਹਾ ਹੈ ਦਸਤਾਰ ਅਵਾਰਡ 2। ਅੱਜ ਪੂਰੇ ਇੰਟਰਨੈਸ਼ਨਲ ਲੈਵਲ ਦੇ ਵਿੱਚ ਇਸ ਸ਼ੋਅ ਦੀ ਬੜੀ ਹੀ ਵੱਡੇ ਪੱਧਰ ਤੇ ਚਰਚਾ ਚੱਲ ਰਹੀ ਹੈ ਕਿ ਇੱਕ ਐਸਾ ਦਸਤਾਰ ਨੂੰ ਪ੍ਰਮੋਟ ਕਰਨ ਵਾਸਤੇ ਔਰ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਦਸਤਾਰ ਲਈ ਕੁਝ ਕੀਤਾ। ਕਿਉਂਕਿ ਅੱਜ ਅਗਰ ਅਸੀਂ ਆਸੇ-ਪਾਸੇ ਚੁਗਿਰਦੇ 'ਚ ਝਾਤੀ ਮਾਰਦੇ ਹਾਂ ਕੁਝ ਸਾਲ ਪਹਿਲਾਂ ਤੱਕ ਦਸਤਾਰ ਫੈਸ਼ਨ ਦਾ ਰੂਪ ਨਹੀਂ ਸੀ ਧਾਰਨ ਕੀਤੀ। ਔਰ ਮੈਨੂੰ ਵੀ ਮਾਣ ਹੈ ਇਸ ਗੱਲ ਦਾ ਕਿ ਮੈਂ ਅਕਾਲ ਪੁਰਖੀ ਫੌਜ ਨੂੰ ਬਿਲੋਂਗ ਕਰਦਾ ਹਾਂ ਜਿਨ੍ਹਾਂ ਨੇ ਮਿਸਟਰ ਸਿੰਘ ਇੰਟਰਨੈਸ਼ਨਲ ਸ਼ੁਰੂ ਕਰਕੇ ਦਸਤਾਰ ਨੂੰ ਫੈਸ਼ਨ ਦੇ ਵਿੱਚ ਲਿਆਂਦਾ। ਤੇ ਉਸ ਪਰਚਮ ਨੂੰ ਜਦ ਸਤਨਾਮ ਸਿੰਘ ਦਬੜੀ ਖਾਨਾ ਹੋਣਾ ਨੇ ਆਪਣੇ ਮੋਢਿਆਂ ਦੀ ਜ਼ਿੰਮੇਵਾਰੀ ਮਹਿਸੂਸ ਕਰਦਿਆਂ ਹੋਇਆ ਨੌਜਵਾਨਾਂ 'ਚ ਲੈ ਕੇ ਆਂਦਾ ਤੇ ਇਹ ਐਸਾ ਦਸਤਾਰ ਦੇ ਫੈਸ਼ਨ ਦਾ ਇੱਕ ਦੌਰ ਸ਼ੁਰੂ ਹੋਇਆ ਕਿ ਅੱਜ ਬਹੁਤੇ ਮੋਨੇ ਮੁੰਡੇ ਜਾਂ ਬਹੁਤੇ ਨੌਨ ਸਿੱਖ ਵੀ ਕਾਲਜਾਂ ਦੇ ਵਿੱਚ ਯੂਨੀਵਰਸਿਟੀਜ਼ ਦੇ ਵਿੱਚ ਇਹਨਾਂ ਦੇ ਚਲਾਏ ਹੋਏ ਨਵੇਂ-ਨਵੇਂ ਫੈਸ਼ਨ ਸਟਾਈਲਸ ਜਿਹੜੇ ਦਸਤਾਰ ਦੇ ਨੇ। ਤੇ ਖਾਸ ਕਰਕੇ ਮੈਂ ਇੱਕ ਕ੍ਰੈਡਿਟ ਵੱਡਾ ਦੇਣਾ ਚਾਹਾਂਗਾ ਕਿ ਗਲੀ-ਗਲੀ ਮੁਹੱਲੇ ਦਸਤਾਰ ਕਲੀਨਿਕ ਸ਼ੁਰੂ ਹੋ ਗਈ। ਅੱਜ ਹਰ ਕੋਈ ਭਾਵੇਂ ਵਿਆਹ ਸ਼ਾਦੀ ਹੋਵੇ ਪਾਰਟੀਜ਼ ਹੋਣ ਕੁਝ ਵੀ ਹੋਵੇ ਇੰਟਰਨੈਸ਼ਨਲ ਲੈਵਲ ਦੇ ਵਿੱਚ ਸਾਡੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੇ ਹੋਏ ਸਰਦਾਰੀ ਦੇ ਇਸ ਤਾਜ ਨੂੰ ਆਪਣੇ ਸਿਰ ਤੇ ਸਜਾਉਣਾ ਮਨ ਮਹਿਸੂਸ ਕਰਦਾ ਹੈ। ਸੋ ਵੀਰ ਜੀ ਸਭ ਤੋਂ ਪਹਿਲਾਂ ਤਾਂ ਓਬਵੀਅਸਲੀ ਸਰਦਾਰੀਆਂ ਟਰਸਟ ਦਾ ਸਫ਼ਰ ਜਿਹੜਾ ਉਹ ਕਿਵੇਂ ਦਾ ਰਿਹਾ ਕਿ ਕਿਵੇਂ ਮਨ ਵਿੱਚ ਇਹ ਮਹਿਸੂਸ ਹੋਇਆ ਕਿ ਅੱਜ ਇੱਕ ਸਮੇਂ ਦੀ ਮੁੱਖ ਲੋੜ ਹੈ ਕਿ ਨੌਜਵਾਨ ਫੈਸ਼ਨ ਦੇ ਕਾਰਨ ਕੋਈ ਵੱਡਾ ਕਾਰਨ ਨਹੀਂ ਸੀਗਾ ਕੋਈ ਫਿਜ਼ੀਕਲੀ ਮੈਂਟਲੀ ਕੋਈ ਇਦਾਂ ਦਾ ਕਾਰਨ ਨਹੀਂ ਸੀ ਕਿ ਦਸਤਾਰ ਨੂੰ ਤਿਲਾਂਜਲੀ ਦਿੱਤੀ ਨੌਜਵਾਨ ਨੇ ਸਿਰਫ ਇੱਕ ਫੈਸ਼ਨ ਦਾ ਮਸਲਾ ਸੀਗਾ। ਤੇ ਤੁਸੀਂ ਸਭ ਤੋਂ ਪਹਿਲਾਂ ਇਹ ਤਹਈਆ ਕੀਤਾ ਕਿ ਸਿੱਖ ਨੌਜਵਾਨਾਂ ਦਾ ਇਹ ਇਨਫੀਰਿਟੀ ਕੰਪਲੈਕਸ ਜਿਹੜਾ ਉਹਨਾਂ ਨੇ ਮਨਾਂ ਵਿੱਚ ਆ ਗਿਆ ਉਹਨੂੰ ਦੂਰ ਕਰਕੇ ਦਸਤਾਰ ਦੇ ਉੱਤੇ ਵਰਕਆਊਟ ਕੀਤਾ ਜਾਵੇ। ਵੀ ਜੀ ਜਿਹੜਾ ਦਸਤਾਰ ਦੀ ਗੱਲ ਨੂੰ ਜੇ ਆਪਾਂ ਕਹੀਏ ਤੁਸੀਂ ਕਿਹਾ ਵੀ ਇਹ ਸ਼ੁਰੂ ਕਿੱਦਾਂ ਹੋਇਆ ਜਾਂ ਤੁਹਾਡੇ ਮਨ 'ਚ ਕਿੱਦਾਂ ਆਇਆ। ਮੈਂ ਜੇ 2006-07 ਦੇ ਦੌਰ ਦੀ ਗੱਲ ਕਰਾਂ ਜੀ ਪੰਜਾਬ ਦੇ ਵਿੱਚ ਜਿੱਦਾਂ ਪਤਿਤ ਪੁਣੇ ਦੀ ਇੱਕ ਲਹਿਰ ਬਣ ਗਈ ਸੀ ਜਿਵੇਂ ਅੱਗ ਵਾਂਗ ਫੈਲ ਗਿਆ ਸੀ। ਸਾਡੇ ਮਾਲਵੇ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਮਾਲਵੇ ਦੇ ਵਿੱਚ ਉਦੋਂ ਦੀ ਮੈਂ ਗੱਲ ਕਰਾਂ ਕਿਉਂਕਿ ਉਦੋਂ ਅਸੀਂ ਮਾਲਵੇ ਦੇ ਏਰੀਏ 'ਚ ਇਕੱਲਾ ਘੁੰਮਦੇ ਸੀ ਜੀ ਵੀ ਬਿਹਾਰ ਦੀ ਤਰ੍ਹਾਂ ਜਾਪਦਾ ਸੀ। ਉਦੋਂ ਦੇ ਗਾਣੇ ਉਦੋਂ ਦੇ ਸੌਂਗ ਨੌਜਵਾਨਾਂ ਦੇ ਦਿਮਾਗ ਤੇ ਅਸਰ ਕਰ ਗਏ ਵੀ ਉਹ ਪਤਿਤ ਪੁਣੇ ਦੀ ਜਿਹੜੀ ਲਹਿਰ ਆ ਉਹ ਪ੍ਰਚੰਡ ਰੂਪ ਦੇ ਵਿੱਚ ਮਤਲਬ ਖਿੜਨਾ ਸ਼ੁਰੂ ਹੋ ਗਿਆ। ਉਸ ਟਾਈਮ ਤੇ ਜਦੋਂ ਅਸੀਂ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਇੱਕੋ ਹੀ ਪ੍ਰੋਬਲਮ ਸਾਹਮਣੇ ਆਉਂਦੀ ਸੀ ਭਾਵੇਂ ਕਿ ਪ੍ਰਚਾਰ ਸਾਡਾ ਬਹੁਤ ਜ਼ਿਆਦਾ ਸੀ ਵੀ ਸ਼੍ਰੋਮਣੀ ਕਮੇਟੀ ਦਾ ਲਾ ਲਓ ਜਾਂ ਹੋਰ ਸੰਸਥਾਵਾਂ ਲਾ ਲਓ ਜਿੰਨੀਆਂ ਵੀ ਸਿੱਖ ਸੰਸਥਾਵਾਂ ਜਾਂ ਹੋਰ ਬਟ ਬੱਚੇ ਕੇਸ ਸਿਰਫ ਇਸ ਕਰਕੇ ਕਟਵਾ ਰਹੇ ਸੀ ਕਿ ਉਹਨਾਂ ਨੂੰ ਪੱਗ ਨਹੀਂ ਬੰਨਣੀ ਆਉਂਦੀ ਸੀ ਜੀ। ਔਰ ਜਦੋਂ ਉਹਨਾਂ ਤੋਂ ਮੈਂ ਬੜੀ ਡਿਟੇਲ ਨਾਲ ਪੁੱਛਦਾ ਤਾਂ ਉਹ ਕਹਿੰਦੇ ਸੀ ਵੀ ਦੇਖੋ ਜੀ ਨਿੱਕੇ ਹੁੰਦੇ ਤਾਂ ਸਾਡੀ ਮਾਂ ਸਾਡੇ ਜੂੜਾ ਪਟਕਾ ਬੰਨ੍ਹ ਕੇ ਸਕੂਲ ਤੋਰਦੀ ਹੈ ਔਰ ਮੇਰੇ ਜਿਹੜਾ ਲੱਸੀ ਨਾਲ ਨਵਾ ਕੇ ਕੇਸ ਵੱਡੇ ਕਰਦੀਆਂ ਮਾਵਾਂ ਬੜੇ ਪਿਆਰ ਨਾਲ ਜੂੜੇ ਸਾਂਭਦੀਆਂ ਔਰ ਸਾਡੇ ਵੀ ਬਲਕਿ ਤੁਹਾਡੇ ਆਪਾਂ ਸਾਰਾ ਦੇਖਿਆ ਹੀ ਆਪਣਾ ਬਚਪਨ ਬੀਤਿਆ ਵੀ ਅਸੀਂ ਸਾਰੇ ਮਤਲਬ ਸਾਨੂੰ ਚਾਅ ਨਾਲ ਮਾਵਾਂ ਸਾਡੀਆਂ ਮੀਡੀਆਂ ਕਰ ਮਤਲਬ ਸਕੂਲ ਤੋਰਦੀਆਂ। ਪ੍ਰੋਬਲਮ ਕਿੱਥੇ ਆਉਂਦੀ ਹੈ ਜਦੋਂ ਬੱਚਾ +2 ਤੋਂ ਬਾਅਦ ਕਾਲਜ ਲਾਈਫ ਦੇ ਵਿੱਚ ਜਾਂਦਾ ਨਾ। ਬਿਲਕੁਲ ਅੱਜ ਦੇ ਜ਼ਮਾਨੇ ਦੇ ਵਿੱਚ ਹਰ ਕੋਈ ਚਾਹੁੰਦਾ ਕਿ ਮੈਂ ਸੋਹਣਾ ਲੱਗਾ ਤੇ ਅਸੀਂ ਤਾਂ ਜਿਹੜੇ ਸੀਗੇ ਵੀ ਅਸੀਂ ਤਾਂ ਆਪਣੇ ਪਿਤਾ ਤੋਂ ਦਾਦਾ ਜੀ ਤੋਂ ਹੋਣਾ ਤੋਂ ਪੱਗਾਂ ਉਵੇਂ ਨਾਲ ਬੰਨੀ ਜਾਣੀਆਂ ਉਹਨਾਂ ਨੂੰ ਦੇਖ ਕੇ ਬੰਨ ਲੀਆਂ। ਪਰ ਅੱਜ ਦਾ ਜਿਹੜਾ ਨੌਜਵਾਨ ਉਹ ਕਹਿੰਦਾ ਜੇ ਤਾਂ ਮੈਂ ਬੰਨ ਕੇ ਜਾਵਾਂ ਤਾਂ ਪੀਚਾਂ ਵਾਲੀ ਬੰਨ ਕੇ ਜਾਵਾਂ ਵੀ ਵਧੀਆ ਹੋਣੀ ਚਾਹੀਦੀ ਹਾਂ ਵੀ ਟੌਰੀ ਪੱਗ ਹੋਵੇ ਜਾਂ ਸੋਹਣੀ ਹੋਵੇ
ਔਰ ਮਾੜੀ ਨਾ ਬੰਨ ਕੇ ਜਾਵਾਂ। ਜੇ ਇੱਕ ਅੱਧੀ ਵਾਰ ਕੋਈ ਚਲਾ ਵੀ ਜਾਂਦਾ ਮਾੜੀ ਬੰਨ ਕੇ ਤਾਂ ਉਹਨੂੰ ਟੀਚਰਾਂ ਵਾਲੇ ਕਹਿ ਦਿੰਦੇ ਤੂੰ ਇਹ ਕੀ ਬੰਨੀ ਫਿਰਦਾ, ਤੂੰ ਇਹ ਕੀ ਖਲਾਰਾ ਜਿਹਾ ਪਾਈ ਫਿਰਦਾ ਹਨ। ਸੋ ਇਸ ਕਰਕੇ ਵੀ ਕੇਸ ਗੁਰੂ ਕੀ ਮੋਹਰ ਆ ਜਿਹੜੀ ਉਹ ਸਿਰਫ ਇੰਨੀ ਚੀਜ਼ ਕਰਕੇ ਮਤਲਬ ਸਾਡੀ ਨੌਜਵਾਨ ਪੀੜ੍ਹੀ ਤੋਂ ਪਾਸੇ ਜਾ ਰਹੀ ਸੀ ਕਿ ਪੱਗ ਨਹੀਂ ਬੰਨਣੀ ਆਉਂਦੀ। ਸੋ ਇਸ ਟਾਈਮ ਦਿਮਾਗ 'ਚ ਖਿਆਲ ਆਇਆ ਵੀ ਦੇਖੋ ਦਸਤਾਰਾਂ ਦੇ ਲੰਗਰ ਹੀ ਲਾਉਣੇ ਪੈਣੇ ਆ। ਬਿਲਕੁਲ ਹਾਂਜੀ। ਅਸੀਂ ਫਿਰ ਦਸਤਾਰਾਂ ਦੇ ਲੰਗਰ ਵਾਂਗੂ ਦਸਤਾਰ ਸਿਖਲਾਈ ਕੈਂਪ ਆ ਜਿਹੜੇ ਸ਼ੁਰੂ ਕੀਤੇ 2006-7 ਦੀ ਦੌਰ ਦੀ ਮੈਂ ਜੇ ਗੱਲ ਕਰਾਂ, ਉਦੋਂ ਤੋਂ ਹੀ ਇੱਕ ਡੈਮੋ ਬਣਾ ਕੇ ਬੱਚੇ ਨੂੰ ਅੱਗੇ ਖੜਾ ਕਰਨਾ, 100 ਬੱਚਾ ਪਿੱਛੇ ਪਿੰਡ 'ਚ ਬੈਠ ਜਾਣਾ ਦਰੀਆਂ ਵਿਛਾ ਕੇ, ਉਵੇਂ ਪਹਿਲਾ ਲੜ ਲਾਉਣਾ, ਦੂਸਰਾ ਲੜ ਲਾਉਣਾ, ਫਿਰ ਸਾਰੇ ਬੱਚਿਆਂ ਨੂੰ ਉਵੇਂ ਆਖ ਕੇ ਲਵਾਉਣਾ। ਸੋ ਅਸੀਂ 7 ਦਿਨਾਂ ਦੇ ਵਿੱਚ ਸਾਰੇ ਬੱਚਿਆਂ ਨੂੰ ਪੱਗ ਸਿਖਾ ਦਿੰਦੇ ਸੀ ਡੇਲੀ ਦੇ 2 ਘੰਟੇ ਦਾ ਟਾਈਮ ਲੈ ਕੇ। ਹਾਂਜੀ, ਇਹ ਸਾਰੇ ਅਸੀਂ ਦਸਤਾਰਾਂ ਦੇ ਲੰਗਰ ਇਉਂ ਸ਼ੁਰੂ ਹੋਏ ਵੀ ਇਹ ਵੀ ਫਿਰ ਇੱਕ ਐ ਫੈਲ ਗਏ। ਹੁਣ ਮੈਂ ਨਹੀਂ ਕਹਿੰਦਾ ਵੀ ਸਾਡੀ ਸਰਦਾਰੀਆਂ ਟਰਸਟ ਵੱਲੋਂ ਸਾਡੀ ਸੰਸਥਾ ਨੇ ਇਹ ਕੰਮ ਕੀਤਾ, ਕਿਉਂਕਿ ਅਸੀਂ ਤਾਂ ਜੇ ਅਸੀਂ ਮਤਲਬ 1 ਮਹੀਨੇ 'ਚ 4 ਜਾਂ 5 ਕੈਂਪ ਲਾਵਾਂਗੇ, ਜੇ 6 ਦਿਨ ਦਾ ਕੈਂਪ ਇੱਕ ਪਿੰਡ 'ਚ ਲਾਈਏ ਜੀ, ਔਰ ਉਸ ਤੋਂ ਬਾਅਦ ਜਿਹੜੀਆਂ ਇਸ ਸਿਧਾਂਤ ਨੂੰ ਬੜੀਆਂ ਸੰਸਥਾਵਾਂ ਨੇ ਚੱਕ ਲਿਆ। ਓਬਵੀਅਸਲੀ ਚੰਗੀ ਗੱਲ ਸੀਗੀ ਤੇ ਕੀਤੀ ਹਾਂ, ਬੜੀ ਕਾਪੀ ਹੋਇਆ ਔਰ ਹੁਣ ਆਲ ਓਵਰ ਵਰਲਡ ਹੀ ਦਸਤਾਰ ਸਿਖਲਾਈ ਕੈਂਪ ਲੱਗ ਰਹੇ ਆ। ਬਟ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਸੁਣਦੇ ਹੁੰਦੇ ਸੀ ਖੂਨਦਾਨ ਕੈਂਪ ਹੈ ਜਾਂ ਜੋ ਵੀ ਕੈਂਪ ਵਗੈਰਾ ਹੁੰਦੇ ਸੀ। ਦਸਤਾਰ ਕੈਂਪ ਸਾਡੇ ਸਿੱਖਣ ਵਾਲੇ ਘੱਟ ਤੇ ਦੇਖਣ ਵਾਲੇ ਹੁੰਦੇ, ਵੇਖਾਂਗੇ ਕੀ ਕਰਦੇ ਆ ਇਹ ਹਨਾ, ਏਦਾਂ ਬੜਾ ਵੀ ਵੇਖਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੋਣੀ ਤੇ ਸਿੱਖਣ ਵਾਲਿਆਂ ਦੀ ਘੱਟ ਹੋਣੀ। ਵੀ ਇੱਕ ਨਵਾਂ ਜਿਹਾ ਪ੍ਰੋਜੈਕਟ ਸ਼ੁਰੂ ਹੋਇਆ ਸੀ ਇਸ ਕਰਕੇ। ਹਾਂਜੀ ਸਤਨਾਮ ਸਿੰਘ ਵੀਰ ਜੀ, ਇੱਕ ਤੇ ਹੋਇਆ ਕਿ ਦਸਤਾਰ ਬੰਨਣੀ ਆ ਗਈ। ਹਾਂਜੀ, ਕਿਉਂਕਿ ਸਿਆਣਾ ਆਗੂ ਉਹ ਹੁੰਦਾ ਹੈ ਜਿਹੜਾ ਕੌਮ ਦੀ ਨਿਗਾਰ ਨੂੰ ਦੇਖਦਿਆਂ ਹੋਇਆਂ ਹਾਂਜੀ ਸਿਰਫ ਚਿੰਤਤ ਨਾ ਹੋਵੇ, ਚਿੰਤਨ ਕਰੇ ਤੇ ਉਸ ਮੁਸੀਬਤ ਦਾ ਹੱਲ ਲੱਭੇ। ਬਿਲਕੁਲ, ਇਹਦੇ 'ਚ ਕੋਈ ਦੋ ਰਾਏ ਨੂੰ ਅਖਬਾਰਾਂ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ, ਗਾਣਿਆਂ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ ਕਿ ਸਾਡੀਆਂ ਸਿੱਖ ਕੁੜੀਆਂ, ਮੈਨੂੰ ਬੜੇ ਦੁੱਖ ਤੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਅਖਬਾਰਾਂ ਤੱਕ ਇਹ ਗੱਲ ਆਉਣੀ ਸ਼ੁਰੂ ਹੋ ਗਈ ਸੀ ਕਿ ਸਿੱਖ ਕਲੀਨ ਸ਼ੇਵ ਬਿਲਕੁਲ ਪ੍ਰੈਫਰ ਕਰਦੀਆਂ ਸੀ। ਇਹ ਸਾਡੇ ਘਰ ਦੀ ਗੱਲ ਹੈ, ਬਟ ਇਹ ਬੜੀ ਘਿਨਾਉਣੀ ਗੱਲ ਸੀਗੀ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਫਿਲਮਾਂ ਦਾ, ਬਾਲੀਵੁੱਡ ਦਾ, ਪੰਜਾਬ ਦੀਆਂ ਫਿਲਮਾਂ ਦਾ, ਪੰਜਾਬ ਦੇ ਗਾਣਿਆਂ ਦਾ, ਸੱਭਿਆਚਾਰ ਦੇ ਨਾਂ ਤੇ ਜੋ ਵੀ ਸਾਨੂੰ ਪਰੋਸਿਆ ਗਿਆ, ਉਹਨੇ ਸਾਨੂੰ ਇਹ ਦਿੱਤਾ ਕਿ ਹੌਲੀ ਹੌਲੀ ਸਾਡੀ ਮਾਨਸਿਕਤਾ ਜਿਹੜੀ ਹੈ ਉਹ ਕੇਸ ਕਤਲ ਕਰਾਉਣ ਵੱਲ ਹੋ ਗਈ। ਸਾਡੀਆਂ ਕੁੜੀਆਂ ਨੇ ਮੋਨੇ ਮੁੰਡੇ ਨੂੰ ਪ੍ਰੈਫਰ ਕਰਨਾ ਸ਼ੁਰੂ ਕਰਤਾ ਤੇ ਇਹ ਇੱਕ ਏਡੀ ਵੱਡੀ ਪੀੜ ਸੀ ਜਿਹਨੂੰ ਅਸੀਂ ਵੱਡੇ ਪੱਧਰ ਤੇ ਸਟੇਜ ਦੇ ਉੱਤੇ ਗੁਰਮਤ ਪ੍ਰਚਾਰ ਦੇ ਦੌਰਾਨ ਕਹਿ ਵੀ ਨਹੀਂ ਸੀ ਸਕਦੇ ਕਿ ਸਾਡੀਆਂ ਆਪਣੀਆਂ ਧੀਆਂ ਦੇ ਕਾਰਨ ਪੱਗਾਂ ਜਾ ਰਹੀਆਂ, ਮੁੰਡੇ ਪਸੰਦ ਕਰਦੀਆਂ। ਇਹ ਇੱਕ ਬਹੁਤ ਵੱਡੀ ਸਮੱਸਿਆ ਸੀਗੀ। ਪਰ ਉਸ ਜ਼ਮਾਨੇ ਦੀ ਨਬਜ਼ ਨੂੰ ਪਛਾਣਦਿਆਂ ਹੋ, ਉਸ ਮੁਸੀਬਤ ਦਾ ਹੱਲ ਕਰਦਿਆਂ ਹੋਇਆਂ ਹੌਲੀ ਹੌਲੀ ਇੱਕ ਟ੍ਰੈਂਡ ਸ਼ੁਰੂ ਹੋਇਆ ਕਿ ਨੌਜਵਾਨ, ਜਿਵੇਂ ਵੀਰ ਜੀ ਨੇ ਦੱਸਿਆ ਕਿ +2 ਤੱਕ ਪਟਕਾ ਬੰਨਿਆ ਜਾਂਦਾ ਸੀ ਕਿਉਂਕਿ ਸੌਖਾ ਸੀ, ਈਜ਼ੀ ਸੀ ਤੇ ਕੋਈ ਬੜਾ ਬੌਦਰ ਵੀ ਨਹੀਂ ਸੀ ਕਰਦਾ। ਤੇ ਕਿਉਂਕਿ ਪੱਗ ਤੇ ਓਬਵੀਅਸਲੀ 10 ਮਿੰਟ ਵੀ ਲੱਗਣੇ ਨੇ, ਚੜਨੀ ਪੈਣੀ ਹੈ। ਇਹ ਤਾਂ ਸ਼ੌਂਕ ਦਾ ਮੈਟਰ ਹੈ ਨਾ, ਦਸਤਾਰ ਸਜਾਉਣੀ ਪੈਣੀ ਹੈ, ਕੱਲਾ ਕੱਲਾ ਪੇਚ ਲਾਉਣਾ, ਉਹਦੇ ਪੇਚਾਂ ਦੇ ਵਿੱਚ ਬਾਜ ਮਾਰਨਾ, ਉਹ ਮਤਲਬ ਇਹ ਜਿੱਦਾਂ ਅਸੀਂ ਕਹਿੰਦੇ ਕਿ ਪੱਗ ਬੰਨ ਕੇ ਚਲੇ ਗਏ, ਉਹ ਨਹੀਂ। ਜਿੱਦਾਂ ਹੁਣ ਬੱਚੇ ਸਮਾਰਟਫੋਨ ਸ਼ੌਂਕ ਨਾਲ ਰੱਖਦੇ ਆ, ਮੈਂ ਆਹ ਫੋਨ ਰੱਖਣਾ ਵਾ ਜਾਂ ਮੈਂ ਆਹ ਕੱਪੜਾ ਪਾਉਣਾ ਵਾ, ਆਹ ਮੈਂ ਬੈਲਟ ਲਾਉਣੀ ਆ, ਮੈਂ ਆਹ ਪੈਨ ਰੱਖਣਾ। ਜਾਂ ਇੰਜ ਕਹਿ ਲਈਏ ਕਿ ਜਦੋਂ ਆਪਾਂ ਕੱਪੜੇ ਪਾਉਨੇ ਆ, ਹਰ ਕੋਈ ਸੋਚਦਾ ਪ੍ਰੈਸ ਕੀਤੇ ਹੋਣ, ਕਰੀਜ਼ ਹੋਵੇ, ਜਿੱਦਾਂ ਪ੍ਰੋਪਰ ਵੇ ਦੇ ਨਾਲ ਡਰੈਸ ਅਪ ਹੋਣਾ ਹੈ। ਦੈਟ ਮੀਨ ਕਿ ਇਹ ਪ੍ਰੈਸ ਹੋਣੇ ਚਾਹੀਦੇ, ਵੱਟ ਪਿਆ ਹੋਊਗਾ ਤਾਂ ਚੰਗਾ ਨਹੀਂ ਲੱਗਦਾ। ਹਾਂਜੀ, ਇਸੇ ਤਰ੍ਹਾਂ ਦਸਤਾਰ ਸਾਡੀ ਜਿੱਥੇ ਸ਼ਖਸੀਅਤ ਦਾ ਹਿੱਸਾ ਹੈ, ਸਾਡਾ ਸਰਦਾਰੀ ਦਾ ਤਾਜ ਹੈ, ਗੁਰੂ ਦੀ ਬਖਸ਼ਿਸ਼ ਹੈ, ਉੱਥੇ ਨਾਲ ਦੀ ਨਾਲ ਸਾਡੀ ਡਰੈਸ ਦਾ ਵੀ ਹਿੱਸਾ ਹੈ। ਟੌਰ ਨਾਲ ਬੱਚਾ ਸਜਾਉਂਦਾ, ਉਹਨੂੰ ਕਹਿੰਦੇ ਸ਼ੌਂਕ ਵੀ ਹਾਂ ਮੈਂ ਵੀ ਅੱਜ ਪੇਚ ਥੋੜਾ ਜਿਹਾ ਢਿੱਲਾ ਵੀ ਨਾ ਹੋ ਕੇ ਜਾਵੇ, ਵੀ ਮੇਰੇ ਪੱਗ ਸੋਹਣੀ ਲੱਗੇ, ਮੇਰਾ ਚਿਹਰਾ ਸੋਹਣਾ ਲੱਗੇ। ਜਦੋਂ ਇਹ ਚੀਜ਼ ਘਰ ਕਰ ਜਾਂਦੀ ਹੈ ਨਾ ਬੱਚੇ ਦੇ ਮਨ 'ਚ, ਫਿਰ ਸਾਰੀ ਉਮਰ ਉਹ ਦਸਤਾਰ ਤੋਂ ਟੁੱਟ ਨਹੀਂ ਸਕਦਾ। ਬਿਲਕੁਲ, ਹਾਂਜੀ ਹਾਂਜੀ, ਕਿਉਂਕਿ ਜਿੱਥੇ ਇਹਨੇ ਸਾਡੇ ਕਿਰਦਾਰ ਦਾ ਹਿੱਸਾ ਬਣਨਾ, ਕਿਸੇ ਦੀ ਪੱਗ ਤੋਂ ਸਿਆਣਿਆਂ ਨੇ ਬੜਾ ਵਧੀਆ ਕਿਹਾ ਕਿ ਦਸਤਾਰ, ਗੁਫਤਾਰ ਤੇ ਰਫਤਾਰ, ਇਹ 3 ਚੀਜ਼ਾਂ ਹੁੰਦੀਆਂ ਕਿਸੇ ਦੀ ਪਰਸਨੈਲਿਟੀ ਨੂੰ ਸ਼ੋ ਆਫ ਕਰਨ ਵਾਸਤੇ। ਔਰ ਦਸਤਾਰ ਸਭ ਤੋਂ ਉੱਤਮ ਚੀਜ਼ ਹੈ ਕਿ ਕਿਸੇ ਵੀ ਸ਼ਖਸੀਅਤ ਨੂੰ ਅਗਰ ਅਸੀਂ ਦੇਖਣਾ ਹੋਵੇ ਤਾਂ ਸਭ ਤੋਂ ਪਹਿਲਾਂ ਅਗਲਾ ਚਿਹਰੇ ਦੇ ਉੱਤੇ ਦਸਤਾਰ ਦੇਖਦਾ ਕਿ ਇਹ ਬੰਦਾ ਕਿਸ ਕਿਰਦਾਰ ਦਾ ਮਾਲਕ ਹੋਵੇ। ਵੀ ਜੀ ਇਹਦੇ ਵਿੱਚ ਇਹ ਆ ਵੀ ਜਿੱਥੋਂ ਤੱਕ ਅਸੀਂ ਇਸ ਚੀਜ਼ ਨੂੰ ਨੇੜੋਂ ਵਾਚ ਕੀਤਾ ਵੀ ਦਸਤਾਰ ਤੋਂ ਬਿਨਾ ਜਿਹੜਾ ਨੌਜਵਾਨ ਆਪਣੇ ਆਪ ਨੂੰ ਬੇਪਰਵਾਹ ਦੱਸਦਾ ਵਾ, ਆਪਣੇ ਆਪ ਨੂੰ ਮਤਲਬ ਉਹਨੂੰ ਕਦੇ ਵੀ, ਜੇ ਆਪਾਂ ਨਾਰਮਲੀ ਗੱਲ ਕਰੀਏ ਛੋਟੇ ਲੈਵਲ ਦੀ, ਵੀ ਉਹਦੀ ਕਿਤੇ ਵੀ ਇਨਸਲਟ ਹੋ ਜਾਂਦੀ ਉਹ ਫੀਲ ਨਹੀਂ ਕਰਦਾ। ਜਾਂ ਕਿਤੇ ਵੀ ਪੁਲਿਸ ਵਾਲਾ ਉਹਨੂੰ ਕਿੱਦਾਂ ਦਾ ਬੋਲਦੇ ਜਾਂ ਉਹ ਕਿਸੇ ਵੀ ਖੇਤਰ 'ਚ ਜਾ ਕੇ ਕੁਝ ਵੀ ਉਹਨੂੰ ਹੋ ਜਾਏ ਉਹ ਫੀਲ ਨਹੀਂ ਕਰਦਾ। ਬਟ ਦਸਤਾਰ ਇੱਕ ਗੁਰੂ ਮਹਾਰਾਜ, ਅਸੀਂ ਜੇ ਕਹਿ ਦਈਏ ਨਾ ਵੀ ਇਹ ਬਖਸ਼ੀ ਹੋਈ ਗੁਰੂ ਮਹਾਰਾਜ, ਇਹ ਇੱਕ ਕਹਿਣ ਦੀ ਗੱਲ ਨਹੀਂ ਆ, ਇਹ ਇੱਕ ਸੁਰੱਖਿਆ ਕਵਚ ਹੈ ਜਿਹਦੇ 'ਚ ਅਣਖ, ਮਾਣ ਤੇ ਇੱਜ਼ਤ ਫਿੱਟ ਹੋਈ ਹੈ। ਔਰ ਇਹ ਆਟੋਮੈਟਿਕਲੀ ਜਦੋਂ ਨੌਜਵਾਨ ਸਜਾ ਲੈਂਦਾ ਨਾ ਜੀ,
ਇਹ ਇੱਕ ਮਾਣ ਜਿਹਾ ਮਹਿਸੂਸ ਅੰਦਰੋਂ ਹੀ ਹੋਣ ਲੱਗ ਜਾਂਦਾ। ਇਹ ਇੱਕ ਵਾਕਿਆ ਹੀ ਇਹਦੇ ਚ ਗੁਰੂ ਮਹਾਰਾਜ ਨੇ ਸੌਫਟਵੇਅਰ ਹੀ ਫਿੱਟ ਕੀਤਾ ਹੋਇਆ ਵੀ ਤੁਸੀਂ ਕੋਈ ਵੀ ਬੱਚਾ ਦੇਖ ਲਿਓ। ਆਪਾਂ ਹੁਣ ਇੱਕ ਨਾਰਮਲ ਗੱਲ ਕਰਦੇ ਆਂ, ਆਪਾਂ ਜੇ ਕਿਸੇ ਨੂੰ ਲਾਹਨਤ ਵੀ ਪਾਉਣੀ, ਉਹ ਤੂੰ ਯਾਰ ਇਹ ਕੀ ਕੰਮ ਕੀਤਾ, ਦੇਖ ਤੇਰੇ ਕਿੰਨੀ ਸੋਹਣੀ ਪੱਗ ਬੰਨੀ ਆ, ਤੂੰ ਜੱਜਦਾ ਇਹੋ ਜਿਹੇ ਕੰਮ ਕਰਦਾ। ਬਿਲਕੁਲ ਵੀ ਇਹਦਾ ਮਤਲਬ ਇਹ ਆ ਵੀ ਇਹ ਜਿਹੜੀ ਚੀਜ਼ ਆ ਨਾ, ਇਹ ਦਸਤਾਰ ਆ ਜਿਹੜੀ, ਇਹਦੇ ਵਿੱਚ ਇੱਕ ਇਹੋ ਜਿਹਾ ਸੌਫਟਵੇਅਰ ਫਿੱਟ ਹੈ ਵੀ ਜਦੋਂ ਇਹ ਸਾਡੇ ਸਿਰ ਤੇ ਆ ਗਈ ਨਾ, ਬੱਚਾ ਨਾ ਤਾਂ ਨਸ਼ੇ ਨੂੰ ਹੱਥ ਲਾਊਗਾ। ਦੇਖੋ ਜਿਹੜੇ ਕਿਰਤ ਘਾਣਾ ਉਹਨਾਂ ਦਾ ਤਾਂ ਕਹਿਣਾ ਹੀ ਹੈ, ਬਿਲਕੁਲ ਉਹ ਤਾਂ ਬੰਦਿਆਂ ਦੀ ਕੈਟਾਗਰੀ 'ਚ ਨਹੀਂ ਹੈ, ਬਟ ਇਹ ਇੱਕ ਸੁਰੱਖਿਆ ਕਵਚ ਇਦਾਂ ਦਾ ਵੀ ਇਹਦੇ ਚ ਅਣਖ ਫਿੱਟ ਹੋ ਗਈ, ਮਾਣ ਨਾਲ ਤੁਰਨਾ ਸ਼ੁਰੂ ਕਰਤਾ ਤੇ ਇੱਜ਼ਤ ਮਿਲਣੀ ਸ਼ੁਰੂ ਹੋ ਗਈ। ਬਿਲਕੁਲ। ਤੇ ਹੁਣ ਤੁਸੀਂ ਦੇਖੋ ਵੀ ਜਦੋਂ ਸਾਡੇ ਇਹ ਸਿਰ ਤੇ ਆ ਗਈ ਤੇ ਹੁਣ ਸਾਨੂੰ ਕਈਆਂ ਦੇ ਸਵਾਲ ਇਹ ਵੀ ਹੁੰਦੇ ਵੀ ਕੱਲੀ ਦਸਤਾਰ ਨਾਲ ਕੁਝ ਨਹੀਂ ਬਣਨਾ ਜੀ। ਦੇਖੋ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਵੀ ਇਹ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਦਸਤਾਰ ਹੈ ਜਾਂ ਇਹ ਗੁਰੂਆਂ ਦੀ ਬਖਸ਼ੀ ਦਸਤਾਰ ਹੈ, ਤੇ ਜੇ ਸਾਡੇ ਜਦੋਂ ਸਿਰ ਤੇ ਆ ਗਈ ਤਾਂ ਇਹ ਸਾਡੇ ਤੇ ਅਸਰ ਵੀ ਤਾਂ ਕਰੂਗੀ ਨਾ। ਇਹ ਇੱਕ ਪੌੜੀ ਚੜ ਗਿਆ ਨਾ, ਇਸ ਤੋਂ ਅੱਗੇ ਅੱਗੇ ਆਟੋਮੈਟਿਕਲੀ ਬੜੇ ਧਰਮ ਪ੍ਰਚਾਰ ਹੋ ਰਹੇ ਆ, ਬੜਾ ਸਮਾਗਮ ਹੋ ਰਹੇ ਆ, ਦਰਬਾਰ ਹੋ ਰਹੇ ਆ। ਜਦੋਂ ਪਹਿਲੀ ਗੱਲ ਤਾਂ ਮੈਂ ਜਿਹੜੀ ਉਸ ਟਾਈਮ ਤੇ ਫੀਲ ਕੀਤੀ ਆ ਵੀ ਜਦੋਂ ਤੋਂ ਅਸੀਂ ਸ਼ੁਰੂ ਹੋਏ ਸੀ, ਉਸ ਟਾਈਮ ਤੇ ਮੈਂ ਕੀ ਗੱਲਾਂ ਫੀਲ ਕੀਤੀਆਂ ਵੀਰ ਜੀ, ਵੀ ਜੋੜਾ ਘਰ ਦੇ ਵਿੱਚ ਨੌਜਵਾਨ ਖੜੇ ਆ ਔਰ ਲੰਗਰ ਦੇ ਵਿੱਚ ਬਾਲਟੀਆਂ ਚੁੱਕੀ ਫਿਰਦੇ ਆ, ਪਰ ਸਮਾਗਮ 'ਚ ਨਹੀਂ ਕੋਈ ਬੈਠਦਾ। ਸਾਰੇ ਤੁਹਾਨੂੰ ਮਤਲਬ 45 ਤੋਂ 50 ਦੀ ਏਜ ਤੋਂ ਉੱਪਰ ਮਿਲਣਗੇ ਸਮਾਗਮ 'ਚ ਬੈਠੇ, ਯੂਥ ਨਹੀਂ ਬੈਠਦਾ। ਉਹ ਕਿਉਂਕਿ ਉਹ ਇਸ ਚੀਜ਼ ਤੋਂ ਸ਼ਰਮ ਹੀ ਮਹਿਸੂਸ ਕਰਦਾ ਵੀ ਮੈਨੂੰ ਕੋਈ ਟੋਕ ਦੂਗਾ, ਉਹ ਤੂੰ ਦਾੜੀ ਕੱਟੀ ਫਿਰਦਾ, ਉਹ ਤੂੰ ਕੇਸ ਕੱਟੀ ਫਿਰਦਾ, ਤੂੰ ਪੱਗ ਨਹੀਂ ਬੰਨਦਾ। ਸਾਡੇ ਬਹੁਤੇ ਪ੍ਰਚਾਰ ਕਿਦਾਂ ਕਰਦੇ ਵੀ ਆ ਹਨਾ। ਸੋ ਇਸ ਚੀਜ਼ ਨੂੰ ਅਸੀਂ ਫੀਲ ਕੀਤਾ ਵੀ ਨੌਜਵਾਨ ਸਾਡੇ ਤੋਂ ਦੂਰ ਕਿਉਂ ਜਾ ਰਿਹਾ। ਦੇਖੋ ਸਾਹਮਣਾ ਤਾਂ ਅਸੀਂ ਨੌਜਵਾਨ ਸੀ, ਸਾਹਮਣੀ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਸੀ, ਬਟ ਅਸੀਂ ਇਹਨੂੰ ਇੱਕ ਕਿਸੇ ਨੋਕ ਝੋਕ ਦੇ ਜਿਹੜੇ, ਦੇਖੋ ਅੱਜ ਨਿੱਕੇ ਜਿਹੇ ਬੱਚੇ ਨੂੰ ਤੁਸੀਂ, ਆਪਾਂ 2-4 ਸਾਲ ਦਾ ਬੱਚਾ ਘਰੇ ਆ ਜੇ ਨਾ, ਉਹਨੂੰ ਮੋਬਾਈਲ ਨਾ ਫੜਾਓ ਜਾਂ ਉਹਨੂੰ ਪੈਸੇ ਨਾ ਦਿਖਾਓ 1-2 ਰੁਪਏ ਜਾਂ ਹੋਰ, ਤਾਂ ਉਹਨੇ ਮੂੰਹ ਏਦਾਂ ਕਰ ਲੈਣਾ, ਰੁੱਸ ਜਾਣਾ ਉਹਨੇ। ਤੇ ਹੁਣ ਦੇਖੋ ਵੀ ਜਿਹਨੂੰ ਥੋੜੀ ਮੋਟੀ ਅਕਲ ਆ ਗਈ ਆ, ਉਹਨੇ ਤਾਂ, ਮੈਂ ਸਮਝਦਾ ਹੁੰਦਾ ਵੀ ਪਿੰਡ 'ਚ ਇੱਕ ਨਾ ਅੜਬ ਜਿਹਾ ਬਾਬਾ ਹੁੰਦਾ, ਤਾਂ ਉਹ ਕਹਿ ਦਿੰਦਾ, ਉਹ ਭਾਈ ਉਰੇ ਆ, ਤੂੰ ਕੇਸ ਕੱਟੀ ਫਿਰਦਾ, ਤੂੰ ਦਾੜੀ ਤੈਨੂੰ ਪਤਾ ਨਹੀਂ ਲੱਗਦਾ ਗੁਰੂ ਗੋਬਿੰਦ ਸਿੰਘ ਨੇ ਸਾਡੇ ਵਾਸਤੇ ਕੀ ਕੀਤਾ। ਔਰ ਉਹ ਫਿਰ ਉਹ ਤਾਂ ਨਾ ਕੰਨੀ ਕਤਰਾਉਣਾ ਸ਼ੁਰੂ ਕਰ, ਉਹ ਯਾਰ ਸਾਹਮਣੇ ਉਹ ਬਾਬਾ ਆਉਂਦਾ, ਇੱਧਰ ਦੀ ਲੰਘ ਜਾਓ। ਅੱਛਾ, ਉਹ ਬਾਬਾ ਗੁਰਦੁਆਰੇ ਵੀ ਜਾਂਦਾ ਸਾਰੀ ਦਿਹਾੜੀ, ਉਹ ਨੌਜਵਾਨ ਗੁਰਦੁਆਰੇ ਜਾਣਾ ਬੰਦ ਕਰ ਦਿੰਦਾ। ਸੋ ਦੈਟਸ ਵਾਈ ਇਹੀ ਕਾਰਨ ਆ ਵੀ ਅਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਨਹੀਂ ਫੜਦੇ, ਅਸੀਂ ਅਖਬਾਰਾਂ 'ਚ ਆਉਣ ਦੇ ਜਰੀਏ ਲੱਖਾਂ ਰੁਪਏ ਲਾ ਕੇ ਅਸੀਂ ਸਮਾਗਮਾਂ 'ਚ ਬੈਠਣ ਦੇ ਤਾਂ ਲਾ ਦਿੰਦੇ ਆ। ਕਮੇਟੀ ਜਾਂ ਗੁਰਦੁਆਰਾ ਸਾਹਿਬਾਨਾਂ ਦੇ ਆਗੂ ਜਾਂ ਕਮੇਟੀਆਂ ਵੀ ਲੱਖਾਂ ਦੇ ਬਜਟ ਲਾ ਕੇ ਸਮਾਗਮ ਤਾਂ ਕਰਾ ਦਿੰਦੇ ਆ, ਪਰ ਅਸੀਂ ਉਹਨਾਂ ਛੋਟੀਆਂ ਚੀਜ਼ਾਂ ਨੂੰ ਵਾਚ ਨਹੀਂ ਕਰਦੀਆਂ ਜਿਹੜੀ ਸਾਨੂੰ ਨੁਕਸਾਨਦਾਇਕ ਆ। ਹੁਣ ਦੇਖੋ ਯੂਥ ਨੂੰ ਅਸੀਂ ਜੇ ਪਕੜ 'ਚ ਲਿਆਉਣਾ ਤਾਂ ਉਹਨੂੰ ਪਿਆਰ ਦੇਣਾ ਪੈਣਾ। ਬਿਲਕੁਲ। ਛੋਟੇ ਜਿਹੇ ਬੱਚੇ ਨੂੰ ਝੜਕ ਮਾਰੋ, ਦੂਜੇ ਦਿਨ ਤੁਹਾਡੇ ਕੋਲ ਆਉਂਦਾ ਨਹੀਂ, ਤੇ ਯੂਥ ਵੀ ਇੱਕ ਇਹ ਚੀਜ਼ ਨੂੰ ਬੇਇੱਜ਼ਤੀ ਮਹਿਸੂਸ ਕਰਦਾ ਸੀ। ਸੋ ਅਸੀਂ ਇਸ ਚੀਜ਼ ਨੂੰ ਪਕੜ 'ਚ ਲਿਆਂਦਾ ਵੀ ਜੇ ਇਹਦੇ ਸਿਰ ਤੇ ਦਸਤਾਰ ਆਉਂਦੀ ਹੈ ਨਾ ਤੇ ਸਭ ਕੁਝ ਹੀ ਆਉਂਦਾ। ਦੇਖੋ ਦਸਤਾਰ ਬੰਨਣ ਲੱਗ ਗਿਆ, ਉਹਨੂੰ ਇਹ ਲੱਗਾ ਵੀ ਯਾਰ ਗੁਰਦੁਆਰਾ ਸਾਹਿਬ ਵੀ ਜਾਵਾਂ, ਵੀ ਉੱਥੇ ਮੈਨੂੰ ਦੇਖਣਗੇ ਵੀ ਯਾਰ ਕਿੰਨੀ ਸੋਹਣੀ ਪੱਗ ਬੰਨੀ ਹੈ ਤੂੰ। ਜਦੋਂ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰਤਾ ਤਾਂ ਉਹਦੇ ਖਿਆਲ ਬਦਲਣੇ ਸ਼ੁਰੂ ਹੋਏ, ਉੱਥੋਂ ਗੱਲ ਵੀ ਸੁਣ ਰਿਹਾ, ਹੁਣ ਗੱਲ ਸੁਣ ਰਿਹਾ ਉਹਦਾ ਦੇਖੋ ਕਿੱਥੇ ਤਾਂ ਨਾਈ ਦੀ ਦੁਕਾਨ ਤੇ ਬੈਠਾ, ਔਰ ਜਦੋਂ ਗੁਰਦੁਆਰੇ ਜਾਣਾ ਸ਼ੁਰੂ ਕਰਤਾ ਫਿਰ ਉਧਰੋਂ ਕੰਨੀ ਕਤਰਾਉਣ ਲੱਗ ਯਾਰ ਲੋਕ ਨੇ, ਤੂੰ ਉੱਥੇ ਵੀ ਬੈਠਾ, ਵੀ ਉਹਦੀ ਸੰਗਤ ਵੀ ਚੇਂਜ ਹੋ ਗਈ। ਮੈਂ ਕਹਿੰਦਾ ਵੀ ਜਿਹੜੇ ਲੋਕ ਕਹਿੰਦੇ ਆ ਵੀ ਤੁਸੀਂ ਕੱਲੀ ਦਸਤਾਰ ਨਾਲ ਕੁਝ ਨਹੀਂ ਬਣਦਾ, ਮੇਰਾ ਇੱਕ ਦਾਅਵਾ ਵਾ ਬਿਲਕੁਲ ਵੀ ਦਸਤਾਰ ਬੰਨਣ ਨਾਲ ਸੰਗਤ ਇੱਕਦਮ ਚੇਂਜ ਹੁੰਦੀ ਹੈ ਬੱਚੇ ਦੀ, ਔਰ ਉਹ ਗੁਰਦੁਆਰੇ ਜਾਣਾ ਸ਼ੁਰੂ ਕਰਦਾ, ਉਹ ਸਮਾਗਮ ਸੁਣਨੇ ਸ਼ੁਰੂ ਕਰਦਾ, ਉਹ ਚੰਗੀ ਸੰਗਤ ਬੈਠਦਾ, ਉਹ ਗੂਗਲ ਸਰਚ ਤੇ ਚੰਗੀਆਂ ਚੀਜ਼ਾਂ ਸਰਚ ਕਰਦਾ। ਸਾਡੇ ਜਿਹੜੇ ਜਰਨੈਲ ਆ ਸਰਦਾਰ ਹਰੀ ਸਿੰਘ ਨਲੂਆ ਇਦਾਂ ਦੇ ਸਾਰੇ, ਉਹਨਾਂ ਨੂੰ ਸਰਚ ਕਰਨਾ ਸ਼ੁਰੂ ਕਰਦਾ। ਔਰ ਇੱਕ ਗੱਲ ਤੇ ਮੈਂ ਇਫੈਕਟ ਜਾਂ ਉਹ ਲਾ ਲਓ ਵੀ ਜਿਹੜੀ ਮੇਰਾ ਨਿੱਜੀ ਐਕਸਪੀਰੀਅੰਸ ਆ ਵੀ ਵਿਆਹ ਤੱਕ ਥੋੜਾ ਜਿਹਾ ਜ਼ਿਆਦਾ ਛਾਲਾ ਮਾਰਦਾ, ਵੀ ਦਾੜੀ ਦੂੜੀ ਕੱਟ ਕੇ ਰੱਖਦਾ, ਆਫਟਰ ਮੈਰਿਜ ਸਾਰੇ ਸਾਬਤ ਸੂਰਤ ਹੋ ਜਾਂਦੇ ਆ, ਸਾਡੀ ਗਰੰਟੀ ਹੈ। ਬਿਲਕੁਲ। ਹਾਂਜੀ, ਗੁਰੂ ਕਿਰਪਾ ਕਰੇ, ਸੱਚੇ ਪਾਤਸ਼ਾਹ ਰਹਿਮਤ ਕਰਨ, ਕਿਉਂਕਿ ਇੱਕ ਚੰਗੀ ਸੋਚ ਇੱਕ ਚੰਗੀ ਲਹਿਰ ਨੂੰ ਜਨਮ ਦਿੰਦੀ ਹੈ। ਤੇ ਹੁਣ ਲੇਟੈਸਟ ਹੀ ਸਰਦਾਰੀਆਂ ਟਰਸਟ ਵੱਲੋਂ ਵੀ ਜਸਨਾਮ ਸਿੰਘ ਦਬੜੀ ਖੰਨਾ ਦੀ ਅਗਵਾਈ ਦੇ ਵਿੱਚ ਜੀਵਤ ਕਈ ਹਜ਼ਾਰ ਲਹਿਰ ਬਹੁਤ ਇੰਪੋਰਟੈਂਟ ਸੀਗਾ। ਬੜੇ ਲੰਬੇ ਸਮੇਂ ਤੋਂ ਇਹ ਮਨ ਵਿੱਚ ਰੀਝ ਵੀ ਸੀਗੀ ਕਿ ਅਸੀਂ ਕੋਈ ਐਸੀ ਲਹਿਰ ਸ਼ੁਰੂ ਕਰੀਏ, ਕੁਝ ਐਸੀ ਗੱਲ ਕਰੀਏ ਕਿ ਅੱਜ ਦੇ ਨੌਜਵਾਨ ਨੂੰ ਅਹਿਸਾਸ ਕਰਾ ਸਕੀਏ ਕਿ ਗੁਰੂ ਗੋਬਿੰਦ ਸਿੰਘ ਨੇ ਜਦੋਂ ਜੀਵਤ ਕਈ ਹਜ਼ਾਰ ਸ਼ਬਦ ਯੂਜ਼ ਕੀਤਾ ਤੇ ਉਹਦੇ ਨਾਲ ਇਹ ਗੱਲ ਕਹੀ ਸੀਗੀ ਕਿ ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਸੋ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਕਿ ਅੱਜ ਦਾ ਨੌਜਵਾਨ ਉਸ ਜੀਵਤ ਕਈ ਹਜ਼ਾਰ ਦਾ ਹਿੱਸਾ ਬਣ ਕੇ ਕੰਮ ਕਰੇ, ਉਹ ਆਪਣੇ ਆਪ ਨੂੰ ਮਹਿਸੂਸ ਕਰੇ। ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜਦੋਂ ਗੁਰਦੁਆਰੇ ਆਏਗਾ, ਦਸਤਾਰ ਸਿਰ ਤੇ ਹੋਏਗੀ, ਗੁਰੂ ਦੇ ਨਾਲ ਜੁੜੇਗਾ, ਤੇ ਹੌਲੀ ਹੌਲੀ ਉਹਨੂੰ ਅਹਿਸਾਸ ਹੋਏਗਾ ਕਿ ਜਿਹੜੀ ਗੱਲ ਪ੍ਰਚਾਰਕ ਉੱਥੋਂ ਕਹਿ ਰਿਹਾ ਹੈ ਕਿ ਮੈਂ ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ ਦਾ ਵਾਰਿਸ ਕਿਵੇਂ ਬਣਨਾ, ਮੈਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਨੂੰ ਕਿਵੇਂ ਸਮਝਣਾ, ਉਹਦੇ ਆਈਡੀਅਲ ਬਦਲ ਜਾਣਗੇ ਨਾ, ਉਹਨਾਂ ਨੂੰ ਦੇਖਣਾ ਸ਼ੁਰੂ ਕਰ ਦੇਗਾ। ਬਿਲਕੁਲ। ਹਾਂਜੀ ਹਾਂਜੀ। ਤੇ ਇਹਨਾਂ ਨੇ ਇੱਕ ਬੜਾ ਹੀ ਪਿਆਰਾ ਉਪਰਾਲਾ ਕੀਤਾ, ਜੀਵਤ ਕਈ ਹਜ਼ਾਰ ਲਹਿਰ ਸ਼ੁਰੂ ਕੀਤੀ। ਉਹਦੇ ਵਿੱਚ ਇਹਨਾਂ ਨੇ ਦਸਤਾਰ ਅਵਾਰਡ ਦੂਜੀ ਵਾਰੀ ਜਿਹੜਾ ਉਹ ਇਸ ਵਾਰੀ ਕੌਮ ਦੀ ਝੋਲੀ ਪਾ ਰਹੇ ਨੇ। ਸੋ ਉਹਦੇ ਬਾਰੇ ਆਪਾਂ ਵਿਚਾਰਾਂ ਦੀ ਸਾਂਝ
ਐਪੀਸੋਡ ਦੇ ਅਗਲੇ ਹਿੱਸੇ ਵਿੱਚ ਕਰਾਂਗੇ। ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਵਾਸਤੇ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਇੱਕ ਵਾਰੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਵਿਸ਼ੇਸ਼ ਮੁਲਾਕਾਤ ਦੇ ਵਿੱਚ, ਤੇ ਬੜੇ ਹੀ ਪਿਆਰੇ ਵੀਰ ਨੌਜਵਾਨ ਆਗੂ ਔਰ ਜਿਨ੍ਹਾਂ ਦੀ ਕਰਨੀ ਨੇ ਕੌਮ ਨੂੰ ਅਗਵਾਈ ਦਿੱਤੀ, ਵੀਰ ਸਤਨਾਮ ਸਿੰਘ ਜੀ ਦਬੜੀ ਖੰਨਾ ਸਾਡੇ ਨਾਲ ਨੇ। ਔਰ ਗੱਲਬਾਤ ਦਾ ਸਿਲਸਿਲਾ ਜੀਵਤ ਕਈ ਹਜ਼ਾਰ ਲਹਿਰ ਦੇ ਤਹਿਤ ਜਿਹੜਾ ਇਹ ਕਾਰਜ ਕਰ ਰਹੇ ਨੇ। ਵੀਰ ਜੀ, ਇਹ ਜੀਵਤ ਕਈ ਹਜ਼ਾਰ ਲਹਿਰ, ਜਿਵੇਂ ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਕਿਹਾ ਕਿ ਹਰ ਨੌਜਵਾਨ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਸੀਗਾ ਕਿ ਜਿਸ ਦਿਨ ਗੁਰੂ ਗੋਬਿੰਦ ਸਿੰਘ ਨੇ ਜੀਵਤ ਕਈ ਹਜ਼ਾਰ ਕਿਹਾ ਤੇ ਉਹਨਾਂ ਨੂੰ ਕਿੰਨਾ ਮਾਣ ਹੋਵੇਗਾ ਕਿ ਜੇ ਮੇਰੇ 4 ਪੁੱਤ ਇਸ ਦੁਨੀਆ ਤੋਂ ਤੁਰ ਗਏ ਤੇ ਹਜ਼ਾਰਾਂ ਮੇਰੇ ਪੁੱਤਰ ਤੇ ਧੀਆਂ ਜਿਹੜੇ ਆ ਇਸ ਦੁਨੀਆ ਤੇ ਵਸਦਿਆਂ ਹੋਇਆਂ ਸਿੱਖੀ ਦਾ ਮਿਸ਼ਨ ਪੂਰਾ ਕਰਨ। ਤੇ ਅੱਜ ਹੌਲੀ ਹੌਲੀ ਉਸ ਮਿਸ਼ਨ ਨਾਲੋਂ ਨੌਜਵਾਨ ਹੀ ਸਭ ਤੋਂ ਪਹਿਲਾਂ ਟੁੱਟਿਆ, ਲੇਕਿਨ ਤੁਸੀਂ ਜਿਵੇਂ ਇਸ ਲਹਿਰ ਨੂੰ ਸ਼ੁਰੂ ਕਰਕੇ ਲੰਬੇ ਸਮੇਂ ਤੋਂ ਨੌਜਵਾਨਾਂ ਨੂੰ ਦਸਤਾਰ ਦੇ ਰਾਹੀਂ ਕਿਰਦਾਰ ਨਾਲ ਜੋੜਨ ਦਾ ਯਤਨ ਕੀਤਾ, ਸੋ ਇਹ ਲਹਿਰ ਦੇ ਬਾਰੇ। ਹਾਂਜੀ, ਇਹ ਜਿਹੜੀ ਜੀਵਤ ਕਈ ਹਜ਼ਾਰ ਲਹਿਰ ਹੈ, ਜੋ ਅਸੀਂ ਇਹਨੂੰ ਇਹਦਾ ਨਾਮ ਦਿੱਤਾ, ਕੁਝ ਕੁ ਮੇਰੇ ਦੋਸਤ ਨਾਲ ਜੋ ਹੈਗੇ ਉਹਨਾਂ ਨਾਲ ਬੈਠ ਕੇ ਇਹ ਚੀਜ਼ ਸਾਂਝੀ ਕੀਤੀ, ਇੱਕ ਲਹਿਰ ਦਾ ਨਾਮ ਦਿੱਤਾ। ਉਹ ਇਸ ਕਰਕੇ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਇਹਨ ਪੁੱਤਰਨ ਕੇ ਸੀਸ ਪਰਿਵਾਰ ਦੀ ਇਹ ਸੁੱਤ ਚਾਰ ਮੂਏ ਤੋਂ ਕਿਆ ਹੋਆ, ਜੀਵਤ ਕਈ ਹਜ਼ਾਰ ਮਤਲਬ ਸਾਡੇ ਵੱਲ ਹੱਥ ਕਰਕੇ ਜਿਹੜੇ ਸਾਹਮਣੇ ਆ ਵੀ ਤੁਸੀਂ ਹਜ਼ਾਰਾਂ ਜਿਉਂਦੇ ਬੈਠੇ ਹੋ, ਮੇਰੇ 4 ਚਲੇ ਗਏ, ਫਿਰ ਕੀ ਹੋ ਗਿਆ। ਔਰ ਅਸੀਂ ਉਹਨਾਂ ਨੌਜਵਾਨ ਪੁੱਤਰਾਂ ਨੂੰ, ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੂੰ ਸਾਨੂੰ ਗੋਦ ਹੀ ਲਿਆ ਨਾ, ਵੀ ਮੇਰੇ 4 ਤਾਂ ਗਏ, ਤੁਸੀਂ ਮੇਰੇ ਪੁੱਤਰ ਬੈਠੇ ਹੋ, ਸਾਡੇ ਗੋਦ ਲਏ ਹੋਏ ਹਜ਼ਾਰਾਂ ਪੁੱਤਰਾਂ ਨੂੰ, ਜਿਨ੍ਹਾਂ ਨੂੰ ਕਿਹਾ ਸੀ ਕਿ ਮੇਰੇ ਹਜ਼ਾਰਾਂ ਪੁੱਤ ਬੈਠੇ ਆ, ਉਹਨਾਂ ਨੂੰ ਅਸੀਂ ਉਹ ਯਾਦ ਕਰਾਉਣ ਵਾਸਤੇ ਇਹ ਲਹਿਰ ਸ਼ੁਰੂ ਕੀਤੀ ਹੈ ਵੀ ਦੇਖੋ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਹੋ, ਔਰ ਇਹਨਾਂ ਪੁੱਤਰਾਂ ਨੇ ਉਸ ਪਿਤਾ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ, ਤੇ ਅਸੀਂ ਘਰ ਘਰ ਜਿਹੜਾ ਕੁੰਡਾ ਖੜਕਾ ਰਹੇ ਹਾਂ ਜਾ ਕੇ ਵੀ ਦੇਖੋ ਵੀ ਗੁਰੂ ਗੋਬਿੰਦ ਸਿੰਘ ਦੇ ਤੁਸੀਂ ਪੁੱਤਰ ਹੋ ਕੇ ਇੱਕ ਗਲਤ ਰਸਤੇ ਤੇ ਤੁਰ ਰਹੇ ਹੋ। ਸੋ ਇਸੇ ਕਰਕੇ ਦਸਤਾਰ ਅਵਾਰਡ 2 ਅਸੀਂ ਜੀਵਤ ਕਈ ਹਜ਼ਾਰ ਲਹਿਰ ਤਹਿਤ ਸ਼ੁਰੂ ਕਰਕੇ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਿਆਂ 'ਚ ਔਰ ਹਰਿਆਣਾ ਔਰ ਰਾਜਸਥਾਨ, ਮਤਲਬ ਸਾਰਾ ਇੰਡੀਆ ਹੀ ਕਵਰ ਕੀਤਾ। ਔਰ ਇਹਦੇ ਵਿੱਚ ਸਾਡੇ ਕੁੱਲ 13 ਐਡੀਸ਼ਨ ਹੋਏ ਆ। ਉਹ ਐਡੀਸ਼ਨਾਂ ਦਾ ਮੇਨ ਕਾਰਨ ਇਹ ਸੀ ਕਿ ਵੀ ਅਸੀਂ ਇਹਦਾ ਪਹਿਲਾ ਪ੍ਰਾਈਜ਼ 1 ਲੱਖ ਰੱਖਿਆ। ਉਹ ਇਸ ਕਰਕੇ ਕਿ ਦੇਖੋ ਤੁਸੀਂ ਦੇਖਿਆ ਵੀ ਕਬੱਡੀ ਕੱਪ ਹੁੰਦੇ ਆ, ਕਬੱਡੀ ਟੂਰਨਾਮੈਂਟ ਹੁੰਦੇ ਆ, ਸਾਡੀ ਕੌਮ ਕੋਲੇ ਪੈਸੇ ਦੀ ਘਾਟ ਨਹੀਂ ਆ, ਪਰ ਇੱਕ ਲਹਿਰ, ਇੱਕ ਨਵੀਂ ਚੀਜ਼ ਖੜੀ ਕਰਨ ਦੀ ਲੋੜ ਆ। ਉਹਦੇ ਪਿੱਛੇ ਦੇਖੋ ਸਾਡੀਆਂ ਜਥੇਬੰਦੀਆਂ ਬਹੁਤ ਉਹਨੂੰ ਕਾਪੀ ਕਰਨੀਆਂ, ਭਾਵੇਂ ਉਹ ਕੋਈ ਵੀ ਮਤਲਬ ਹੋਵੇ, ਅਖਬਾਰਾਂ 'ਚ ਆਉਂਦਾ ਹੋਵੇ ਜਾਂ ਉਹਨੂੰ ਇੱਕ ਸੋਚ ਹੋਵੇ, ਭਾਵੇਂ ਜਨੂਨ ਹੋਵੇ, ਪਰ ਇੱਕ ਚੰਗੀ ਚੀਜ਼ ਲੋਕਾਂ 'ਚ ਜਾਣੀ ਸ਼ੁਰੂ ਹੋ ਜਾਣੀ ਹੈ। ਦੇਖੋ ਬੈਸਟ ਰੇਡਰ, ਬੈਸਟ ਜਾਫੀ ਨੂੰ ਅਸੀਂ ਬੁਲਟ ਮੋਟਰਸਾਈਕਲ ਕੀ 855 ਟਰੈਕਟਰ ਤੱਕ ਦੇ ਦਿੰਦੇ ਆ, ਪਰ ਅਸੀਂ ਇਹਨੂੰ ਇੱਧਰ ਨੂੰ ਕਨਵਰਟ ਕਰਨਾ ਚਾਹਿਆ ਵੀ ਅਸੀਂ ਹੁਣ 2 ਨੌਜਵਾਨਾਂ ਨੂੰ ਬੁਲਟ ਮੋਟਰਸਾਈਕਲਾਂ ਨਾਲ ਸਨਮਾਨ ਕਰ ਰਹੇ ਹਾਂ, ਔਰ ਦਸਤਾਰ ਅਵਾਰਡ 2 ਦਾ ਫਸਟ ਪ੍ਰਾਈਜ਼ ਹੈ ਜਿਹੜਾ 1 ਲੱਖ ਦੇ ਰਹੇ ਹਾਂ। ਉਹਦਾ ਮਤਲਬ ਸਿਰਫ ਇਹੀ ਆ ਕਿ ਪਿਛਲੇ ਸਮਿਆਂ ਦੇ ਵਿੱਚ 5100 3100 ਤੋਂ ਵੱਧ ਕੋਈ ਪ੍ਰਾਈਜ਼ ਨਹੀਂ ਦਿੰਦਾ ਸੀ ਕਿਤੇ ਵੀ ਦਸਤਾਰ ਮੁਕਾਬਲਾ ਹੋਵੇ, ਵੀ ਅਸੀਂ ਇਹਨੂੰ ਦਸਤਾਰ ਨੂੰ ਇੱਕ ਇਹੋ ਜਿਹੇ ਲੈਵਲ ਤੇ ਲੈ ਆਈਏ ਵੀ ਨੌਜਵਾਨਾਂ 'ਚ ਸ਼ੌਂਕ ਤਾਂ ਪੈ ਹੀ ਰਿਹਾ, ਤੇ ਮੁਕਾਬਲਿਆਂ ਦੇ ਵਿੱਚ ਸ਼ੌਂਕ ਵੀ ਇਦਾਂ ਦਾ ਪੈ ਜਾਏ ਜਿਵੇਂ ਕਬੱਡੀ ਮੇਲਿਆਂ ਤੇ ਮੇਲੇ ਲੱਗਦੇ ਆ ਜਾਂ ਮਤਲਬ ਕਬੱਡੀਆਂ ਪੈਂਦੀਆਂ, ਇੱਧਰ ਵੀ ਆਪਾਂ ਇਹਨੂੰ ਸ਼ੌਂਕ ਦਾ ਰੂਪ ਦੇ ਦਈਏ। ਇੱਕ ਮਤਲਬ ਮੇਰੀ ਸਾਰੀ ਗੱਲ ਦਾ ਸਾਰ ਇੰਚ ਇਹ ਆ ਵੀ ਲੋਕਾਂ ਨੂੰ ਇਹ ਲੱਗਣਾ ਸ਼ੁਰੂ ਹੋ ਜਾਏ ਵੀ ਹੁਣ ਤਾਂ ਪੱਗਾਂ ਵਾਲਿਆਂ ਦਾ ਜ਼ਮਾਨਾ ਆ ਗਿਆ। ਬਿਲਕੁਲ, ਹਾਂਜੀ, ਗ੍ਰੇਟ। ਸੋ ਇਸ ਕਰਕੇ ਇਹ ਜਿਹੜਾ ਦਸਤਾਰ ਅਵਾਰਡ 2 ਸ਼ੁਰੂ ਕੀਤਾ ਵੀ ਇਹਦਾ ਸਿਹਰਾ ਜਿਹੜਾ ਸਾਰੀ ਮੇਰੀ ਟੀਮ ਨੂੰ ਜਾਂਦਾ ਵਾ, ਕਿਉਂਕਿ ਮੈਂ ਤਾਂ ਆਸਟ੍ਰੇਲੀਆ 'ਚ ਹੈਗਾ ਤੇ ਮੈਂ ਇਹ ਮਤਲਬ ਜਿਹੜਾ ਸਮਾਗਮ ਅਟੈਂਡ ਕਰਨ ਆਇਆ 21 ਮਈ ਨੂੰ, ਜਿਹੜਾ ਆਪਣਾ ਫਾਈਨਲ ਹੋਣ ਜਾ ਰਿਹਾ ਅਕਾਲ ਯੂਨੀਵਰਸਿਟੀ ਤਖਤ ਦਮਦਮਾ ਸਾਹਿਬ ਵਿਖੇ। ਸੋ ਇਹਦੇ ਵਿੱਚ ਵਿਸ਼ੇਸ਼ ਯੋਗ ਆ ਜਿਹੜਾ ਕਲਗੀਧਰ ਟਰਸਟ ਬੜੂ ਸਾਹਿਬ ਦਾ, ਤੇ ਇਹ 21 ਮਈ ਨੂੰ ਇਹਦਾ ਫਾਈਨਲ ਆ ਜਿਹੜਾ ਆਪਣਾ ਤਖਤ ਦਮਦਮਾ ਸਾਹਿਬ ਵਿਖੇ। ਔਰ ਫਾਈਨਲ ਦੇ ਵਿੱਚ ਅਸੀਂ ਉਹਨਾਂ ਨੌਜਵਾਨਾਂ ਨੂੰ ਜਿੱਥੇ ਸਨਮਾਨਿਤ ਕਰਨਾ ਤੇ ਅਹਿਮ ਸ਼ਖਸੀਅਤਾਂ ਨੂੰ ਵੀ ਅਸੀਂ ਉੱਥੇ ਸਨਮਾਨ ਕਰਨਾ ਵਾ, ਤੇ ਜਿਹੜਾ ਤੁਹਾਡੇ ਚੈਨਲ ਵੱਲੋਂ ਫਤਿਹ ਟੀਵੀ ਵੱਲੋਂ ਵੀ ਇਹ ਲਾਈਵ ਹੋ ਰਿਹਾ, ਤੇ ਮੈਂ ਸਮਝਦਾ ਵੀ ਇੱਥੇ ਇੱਕ ਬਹੁਤ ਵੱਡਾ ਦਸਤਾਰਾਂ ਵਾਲਿਆਂ ਦੀ ਕਰੀਮ ਕਹਿ ਲਓ, ਉਹ ਸਾਰੇ ਆ ਰਹੇ ਆ, ਸਾਰੇ ਪੰਜਾਬ ਦੇ ਦਸਤਾਰ ਕੋਚ, ਆਲ ਓਵਰ ਇੰਡੀਆ ਦੇ, ਹਰਿਆਣਾ ਰਾਜਸਥਾਨ ਦੇ ਦਸਤਾਰ ਕੋਚ, ਦਸਤਾਰ ਅਕੈਡਮੀਆਂ ਵਾਲੇ, ਔਰ ਜਿੰਨੀਆਂ ਜਥੇਬੰਦੀਆਂ ਵੀਰ ਜੀ ਗਰਾਊਂਡ ਲੈਵਲ ਤੇ ਕੰਮ ਕਰਦੀਆਂ, ਲਾਈਕ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ, ਕਿਉਂਕਿ ਜਦੋਂ ਸਾਨੂੰ ਫੀਲ ਹੁੰਦਾ ਸੀ ਨਾ, ਅਸੀਂ 12 ਸਾਲ ਤੋਂ ਇਸ ਜਥੇਬੰਦੀ ਚਲਾ ਰਹੇ ਹਾਂ, ਇੱਕ ਯੂਥ ਹੈ ਸਾਰਾ, ਔਰ 12 ਸਾਲ ਇੱਕ ਜਥੇਬੰਦੀ ਨੂੰ ਇੱਕ ਜਗ੍ਹਾ ਟਿਕਾ ਕੇ ਰੱਖਣਾ ਤੇ ਵਰਕ ਕਰਨਾ ਗਰਾਊਂਡ ਲੈਵਲ ਤੇ ਬੜੀ ਔਖੀ ਗੱਲ ਆ। ਔਰ ਅਸੀਂ ਇਹਨਾਂ ਚੀਜ਼ਾਂ 'ਚੋਂ ਇਹ ਫੀਲ ਕੀਤਾ ਵਾ ਵੀ ਜਿਹੜੀਆਂ ਜਥੇਬੰਦੀਆਂ, ਸਾਨੂੰ ਵੀ ਇਹ ਲੱਗਦਾ ਹੁੰਦਾ ਸੀ ਕਿ ਯਾਰ ਸਾਨੂੰ ਕੋਈ ਸਨਮਾਨ ਹੀ ਨਹੀਂ ਦੇ ਰਿਹਾ, ਸਾਨੂੰ ਕੋਈ ਹੌਸਲਾ ਹੀ ਨਹੀਂ ਦੇ ਰਿਹਾ, ਸਾਨੂੰ ਕੋਈ ਥਾਪੜਾ ਹੀ ਨਹੀਂ ਦੇ ਰਿਹਾ ਵੀ ਤੁਸੀਂ ਚੰਗਾ ਕੰਮ ਕਰ ਰਹੇ ਹੋ। ਸਿਰਫ ਥਾਪੜਾ ਉਹ ਹੀ ਲੈ ਰਿਹਾ ਜਿਹੜੇ ਚੰਗੇ ਬੰਦੇ ਆ, ਚੰਗਾ ਪੈਸਾ ਵਾ, ਚੈਨਲਾਂ ਤੇ ਲਾਈਵ ਹੋ ਰਿਹਾ ਜਾਂ ਹੋਰ ਆ, ਪੈਸਾ ਨੂੰ ਸ਼ੋਅ ਕਰਕੇ ਆਪਣਾ ਆਪ ਸ਼ੋਅ ਕਰਦੇ ਆ, ਅਖਬਾਰਾਂ 'ਚ ਆ ਜਾਂਦੇ ਆ।
ਪਰ ਜਿਹੜੇ ਗਰਾਊਂਡ ਲੈਵਲ ਤੇ ਨੌਜਵਾਨ ਲੱਗੇ ਹੋਏ ਆ ਉਹਨਾਂ ਨੂੰ ਕੋਈ ਨਹੀਂ ਪਛਾਣਦਾ। ਸੋ ਇਸ ਪ੍ਰੋਗਰਾਮ ਦੇ ਵਿੱਚ ਵੀਰ ਜੀ ਅਸੀਂ 50 ਤੋਂ 60 70 ਜਥੇਬੰਦੀਆਂ ਵੀ ਅਸੀਂ ਸਨਮਾਨਿਤ ਕਰ ਰਹੇ ਹਾਂ ਜਿਹੜੀਆਂ ਗਰਾਊਂਡ ਲੈਵਲ ਤੇ ਜਿੱਥੇ ਜਿੱਥੇ ਅਸੀਂ ਗਏ ਹਾਂ ਸਾਨੂੰ ਪਤਾ ਵੀ ਇਹ ਮਤਲਬ ਆਪਦੇ ਏਰੀਏ ਦੇ ਵਿੱਚ ਬੜਾ ਇਹਨਾਂ ਨੇ ਸਿੱਖੀ ਦਾ ਸਾਂਭਿਆ ਹੋਇਆ ਹੈ ਨਾ। ਤੇ ਔਰ ਨਾਲ ਨਾਲ ਅਸੀਂ ਅਕੈਡਮੀਆਂ ਵਾਲੇ ਕੋਚ ਵੀ ਜਿਨ੍ਹਾਂ ਨੌਜਵਾਨਾਂ ਨੇ ਦਸਤਾਰ ਦੇ ਖੇਤਰ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਉਹਨੂੰ ਵੱਖਰੇ ਵੱਖਰੇ ਤਰੀਕਿਆਂ ਨਾਲ ਸੋਹਣੀਆਂ ਸੋਹਣੀਆਂ ਦਸਤਾਰਾਂ ਇੱਕ ਜਿੱਦਾਂ ਪਰਸਨੈਲਿਟੀ ਦਾ ਰੂਪ ਨਵਾਂ ਰੂਪ ਦਿੱਤਾ ਵੀ ਪਰਸਨੈਲਿਟੀ ਦੇ ਵਿੱਚ ਸੋਹਣੀ ਦਸਤਾਰ ਨਾਲ ਵੀ ਅਸੀਂ ਬੜੇ ਸੋਹਣੇ ਲੱਗਣੇ ਇੱਕ ਸੋਹਣਾ ਲੱਗਦਾ ਬੰਦਾ ਵੀ ਸੋਹਣੀ ਦਸਤਾਰ ਸੀ ਆ ਗਈ। ਉਹ ਸਾਰੇ ਨੌਜਵਾਨਾਂ ਨੂੰ ਵੀ ਅਸੀਂ ਸਨਮਾਨਿਤ ਕਰ ਰਹੇ ਹਾਂ। ਮੇਲਾ ਨਹੀਂ ਕਹਾਂਗਾ ਇਸ ਨੂੰ, ਇਹ ਤਾਂ ਇੱਕ ਮੀਲ ਪੱਥਰ ਸਾਬਤ ਹੋਏਗਾ, ਇਤਿਹਾਸ ਸਿਰਜਿਆ ਜਾਏਗਾ ਕਿ ਦਸਤਾਰ ਵਾਸਤੇ, ਕਿਉਂਕਿ ਹੁਣ ਤੱਕ ਦਾ ਇਤਿਹਾਸ ਇਹ ਗੱਲ ਕਹਿੰਦਾ ਕਿ ਸਿੱਖ ਕੌਮ ਦੀ ਇੱਕ ਬਦਨਸੀਬੀ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨੀ ਚਾਹਾਂਗਾ ਕਿ ਸਿੱਖ ਕੌਮ ਨੇ ਇਸ ਦਸਤਾਰ ਦੀ ਰਾਖੀ ਲਈ ਤਾਂ ਬਹੁਤ ਕੁਝ ਕੀਤਾ, ਪਰ ਇਹਦੀ ਸਜਾਵਟ ਲਈ ਜਦੋਂ ਵੀ ਜ਼ਿਕਰ ਆਉਂਦਾ ਤੇ ਬਹੁਤੀ ਵਾਰੀ ਇਤਿਹਾਸ ਸਾਡਾ ਸਾਨੂੰ ਦੱਸਦਾ ਕਿ ਜਾਂ ਤਾਂ ਇਹਨੂੰ ਸਜਾਉਣ ਫਬਾਉਣ ਵਾਸਤੇ, ਇਹਨੂੰ ਪਰਸਨੈਲਿਟੀ ਦਾ ਹਿੱਸਾ ਬਣਾਉਣ ਵਾਸਤੇ ਗੋਰਿਆਂ ਨੇ ਕੰਮ ਕੀਤਾ, ਤੇ ਜਾਂ ਜਦੋਂ ਨਾਨਕ ਨਾਮ ਜਹਾਜ਼ ਫਿਲਮ ਸ਼ੁਰੂ ਹੋਈ ਸੀਗੀ ਉਦੋਂ ਇਹਦੇ ਉੱਤੇ ਵਰਕਆਊਟ ਹੋਇਆ ਕਿ ਕਿਵੇਂ ਇਹ ਪੱਗ ਸੋਹਣੀ ਜਿਹੜੀ ਹੈ ਸਿੱਖ ਸਿਰਾਂ ਦੇ ਉੱਤੇ ਸੱਜਦੀ ਹੋਈ ਇਹ ਸਜਾਈ ਜਾ ਸਕਣ ਵਾਲੀ ਹੋਵੇ। ਉਸ ਤੋਂ ਪਹਿਲਾਂ ਬਹੁਤਾ ਕਦੇ ਵੀ ਕੌਮ ਨੇ ਇਹਦੇ ਉੱਤੇ ਧਿਆਨ ਨਹੀਂ ਦਿੱਤਾ। ਇਹਦੀ ਵਰਲਡ ਵਾਈਡ ਇਹਦਾ ਪਰਚਮ ਲਹਿਰਾਉਣ ਵਾਸਤੇ ਤਾਂ ਕੌਮ ਨੇ ਬਹੁਤ ਵੱਡਾ ਇਤਿਹਾਸ ਸਿਰਜਿਆ, ਪਰ ਇਹਦੀ ਖੂਬਸੂਰਤੀ ਵਾਸਤੇ ਜਿੰਨਾ ਵੀ ਹੁਣ ਤੱਕ ਕੰਮ ਹੋਇਆ ਸੀ ਉਹ ਸਾਰਾ ਦਾ ਸਾਰਾ ਨੌਨ ਸਿੱਖਾਂ ਵੱਲੋਂ ਹੋਇਆ ਸੀ। ਤੇ ਅੱਜ ਗੁਰੂ ਦੀ ਬਖਸ਼ਿਸ਼ ਹੋਈ ਹੈ ਕਿ ਕੌਮ ਨੇ ਇਹ ਤਹਈਆ ਕੀਤਾ ਔਰ ਇਹਦੀ ਬੜੀ ਵੱਡੀ ਕਮਾਂਡ ਜਿਹੜੀ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਸਰਦਾਰੀਆਂ ਟਰਸਟ ਦੇ ਮੋਢੇ ਤੇ ਪਾਈ ਹੈ ਕਿ ਕੌਮ ਪਹਿਲੀ ਵਾਰੀ ਇਸ ਵੱਡੇ ਪੱਧਰ ਦੇ ਉੱਤੇ ਇਹਦੀ ਖੂਬਸੂਰਤੀ ਵਾਸਤੇ ਪੂਰੀ ਦੁਨੀਆ ਦੇ ਵਿੱਚ, ਤਾਂ ਕਿ ਸਾਡਾ ਨੌਜਵਾਨ ਮਾਣ ਕਰਕੇ ਇਹਨੂੰ ਆਪਣੇ ਸਿਰ ਤੇ ਸਜਾ ਕੇ ਗੁਰੂ ਵੱਲ ਮੁੱਖ ਕਰਕੇ ਗੁਰੂ ਨਾਲ ਜੁੜ ਸਕੇ, ਇਹਦਾ ਤਹਈਆ ਕੀਤਾ ਜਾ ਰਿਹਾ। ਇਹ ਪ੍ਰੋਗਰਾਮ 21 ਮਈ ਨੂੰ ਸੰਡੇ ਨੂੰ ਐਤਵਾਰ ਦਾ ਦੇਣਾ। ਮੈਂ ਸਮੁੱਚੀ ਕੌਮ ਨੂੰ ਬੇਨਤੀ ਕਰਾਂਗਾ ਇਸ ਪਲੇਟਫਾਰਮ ਤੋਂ ਕਿ ਜ਼ਰੂਰ ਇਹਦਾ ਹਿੱਸਾ ਬਣੀਏ ਤੇ ਆਪਣੇ ਖਾਸ ਕਰਕੇ ਬੱਚਿਆਂ ਨੂੰ ਉੱਥੇ ਲੈ ਕੇ ਜਾਈਏ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਾਡੇ ਬੱਚੇ ਆ, ਉਹਨਾਂ ਦੇ ਅੰਦਰ ਇਹ ਉਤਸ਼ਾਹ ਪੈਦਾ ਹੋਵੇ, ਉਹ ਮਾਣ ਮਹਿਸੂਸ ਕਰਨ ਕਿ ਸਾਡੇ ਸਿਰ ਤੇ ਦਸਤਾਰ ਹੈ ਤੇ ਇਹ ਗੁਰੂ ਗੋਬਿੰਦ ਸਿੰਘ ਦਾ ਤਾਜ ਹੈ, ਇਹਨੂੰ ਤਾਜ ਵਾਂਗ ਹੀ ਸਜਾਉਣ। ਇਹਦਾ ਇੱਕ ਪ੍ਰੋਟੋਕੋਲ ਹੈ, ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਜਦੋਂ ਮੈਂ ਤੁਹਾਡੇ ਨਾਲ ਸਟੂਡੀਓ 'ਚ ਬੈਠਾ ਵੀਰ ਜੀ ਸਤਨਾਮ ਸਿੰਘ ਨਾਲ ਇਹ ਗੱਲ ਕਰ ਰਿਹਾ ਹਾਂ ਤੇ ਇਸ ਟਾਈਮ ਤੇ ਪੂਰੇ ਸੋਸ਼ਲ ਮੀਡੀਆ ਦੇ ਵਿੱਚ ਇੱਕ ਘਮਾਸਾਨ ਮਚਿਆ ਹੋਏਗਾ ਕਿ ਇਟਲੀ ਦੇ ਵਿੱਚ ਕਿਵੇਂ ਦਸਤਾਰਾਂ ਉਤਾਰੀਆਂ ਗਈਆਂ। ਮੈਂ ਕੋਈ ਨੈਗੇਟਿਵ ਅੱਜ ਪਾਸ ਨਹੀਂ ਕਰਨਾ ਇਸ ਮੰਚ ਤੋਂ, ਕਿਉਂਕਿ ਮੈਂ ਉਸ ਸ਼ਖਸ ਦੇ ਨਾਲ ਗੱਲ ਕਰ ਰਿਹਾ ਹਾਂ ਜਿਹਨੇ ਇਹਦੇ ਲਈ ਗਰਾਊਂਡ ਲੈਵਲ ਤੇ, ਗਰਾਊਂਡ ਜ਼ੀਰੋ ਲੈਵਲ ਤੇ, ਪਿੰਡ ਪਿੰਡ, ਗਲੀ ਗਲੀ, ਮੁਹੱਲੇ ਮੁਹੱਲੇ ਵਿੱਚ ਜਾ ਕੇ ਦਸਤਾਰ ਦੇ ਉੱਤੇ ਵਰਕਆਊਟ ਕੀਤਾ। ਦੁੱਖ ਜ਼ਰੂਰ ਹੈ, ਹੰਝੂ ਜ਼ਰੂਰ ਨੇ ਅੱਖਾਂ ਦੇ ਵਿੱਚ ਕਿ ਅੱਜ ਇੱਕ ਛੋਟੇ ਜਿਹੇ ਮੁੱਦੇ ਦੇ ਉੱਤੇ ਕੌਮ ਆਪਣੀਆਂ ਪੱਗਾਂ ਗੈਰਾਂ ਦੇ ਪੈਰਾਂ 'ਚ ਉਤਾਰ ਕੇ ਬੈਠੀ ਹੈ। ਦੁੱਖ ਬਹੁਤ ਹੈ, ਪਰ ਮੈਂ ਇਹ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਕਿ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ। ਸ਼ਾਇਦ ਅੱਜ ਸਾਡੀ ਮੱਤ ਬਹੁਤ ਨੀਵੀਂ ਹੋ ਚੁੱਕੀ ਹੈ ਤੇ ਜੋ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਸੀਗੀ, ਮੱਤ ਉੱਚੀ ਰੱਖਿਓ, ਮਨ ਨੀਵਾਂ ਰੱਖਿਓ। ਅੱਜ ਮਨ ਉੱਚਾ ਹੋ ਗਿਆ, ਮੱਤ ਬਹੁਤ ਨੀਵੀਂ ਹੋ ਗਈ। ਸ਼ਾਇਦ ਸਾਡੀਆਂ ਪੱਗਾਂ ਤਾਂ ਹੀ ਇਟਲੀ ਪੁਲਿਸ ਦੇ ਪੈਰਾਂ 'ਚ ਪਈਆਂ ਨੇ, ਉਹ ਕੋਈ ਜ਼ਿਕਰ ਨਹੀਂ। ਪਰ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਇਹੋ ਜਿਹੇ ਵੀਰਾਂ ਨੂੰ ਸਪੋਰਟ ਕਰੀਏ, ਇਹੋ ਜਿਹੀਆਂ ਆਰਗੇਨਾਈਜੇਸ਼ਨਸ ਨੂੰ ਸਪੋਰਟ ਕਰੀਏ ਜਿਹਦੀ ਵਜ੍ਹਾ ਕਰਕੇ ਅੱਜ ਕੌਮ ਚੜ੍ਹਦੀ ਕਲਾ ਦੇ ਨਾਲ ਸਾਡੀ ਜਵਾਨੀ ਜਿਹੜੀ ਉਹ ਪੱਗ ਵੱਲ ਨੂੰ ਆ ਰਹੀ ਹੈ। ਤੇ ਇਹ ਨਿਰਾਸ਼ਾਜਨਕ ਖਬਰਾਂ ਉਹਨਾਂ ਦੇ ਉੱਤੇ ਬਾਹਲੀਆਂ ਅਸਰ ਨਾ ਕਰਨ। ਇਹ ਦਸਤਾਰ ਅਵਾਰਡ 2 ਵਿੱਚ ਪਹੁੰਚ ਕੇ ਸਮੁੱਚੀ ਕੌਮ ਨੂੰ ਵਿਸ਼ਵ ਪੱਧਰ ਤੇ ਸੁਨੇਹਾ ਦੇਣਾ ਕਿ ਜੇ ਪੱਗਾਂ ਲਾਉਣ ਤੇ ਲਵਾਉਣ ਵਾਲੇ ਬੜੇ ਨੇ ਤੇ ਪੱਗਾਂ ਨੌਜਵਾਨਾਂ ਦੇ ਸਿਰਾਂ ਤੇ ਸਜਾਉਣ ਵਾਲੇ ਤੇ ਇਹਦੇ ਲਈ ਕੰਮ ਕਰਨ ਵਾਲੇ ਵੀ ਬਹੁਤ ਨੇ। ਗੁਰੂ ਬਖਸ਼ਿਸ਼ ਕਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਕੌਮ ਦੀ ਚੜ੍ਹਦੀ ਕਲਾ ਤਾਂ ਉਹ ਗੁਰੂ ਦੇ ਹੁਕਮ 'ਚ ਆਪੇ ਹੀ ਹੋ ਜਾਣੀ ਹੈ, ਪਰ ਫਰਕ ਜ਼ਰੂਰ ਪੈਣਾ ਕਿ ਕੌਣ ਕਿਹਦੇ ਨਾਲ ਖੜਿਆ। ਕਿੰਨੇ ਲੋਕ ਪੱਗਾਂ ਲਵਾਉਣ ਵਾਲਿਆਂ ਦੇ ਨਾਲ ਖੜੇ ਤੇ ਉਸ ਮਜਬੇ ਦੇ ਵਿੱਚ ਤਾੜੀਆਂ ਮਾਰਨ ਵਾਲੇ ਸੀ, ਤੇ ਕਿੰਨੇ ਲੋਕ ਇਸ ਅਵਾਰਡ ਫੰਕਸ਼ਨ ਦੇ ਵਿੱਚ ਪਹੁੰਚ ਕੇ ਉਹਨਾਂ ਨਾਲ ਖੜੇ ਜਿਹੜੇ ਪੱਗਾਂ ਬਣਾਉਣ ਵਾਲੇ ਨੇ, ਪੱਗਾਂ ਦਾ ਪ੍ਰਚਾਰ ਕਰਨ ਵਾਲੇ ਨੇ, ਤੇ ਇਸ ਪੱਗ ਨੂੰ ਗੁਰੂ ਦੀ ਬਖਸ਼ਿਸ਼ ਸਮਝ ਕੇ, ਗੁਰੂ ਦੀ ਦੇਣ, ਕਿਰਦਾਰ ਦਾ ਹਿੱਸਾ ਸਮਝ ਕੇ ਅੱਜ ਸਾਡੇ ਨੌਜਵਾਨ ਤੱਕ ਪਹੁੰਚਾਉਣ ਵਾਲੇ ਨੇ। ਸੋ ਆਓ ਪਹੁੰਚੀਏ 21 ਮਈ ਨੂੰ ਐਤਵਾਰ ਗੁਰੂ ਕਾਸ਼ੀ ਬਠਿੰਡਾ ਯੂਨੀਵਰਸਿਟੀ ਦੇ ਵਿੱਚ ਤੇ ਤਲਵੰਡੀ ਸਾਬੋ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬੜੇ ਮਾਣ ਦੇ ਨਾਲ ਪੂਰੀ ਦੁਨੀਆ ਨੂੰ ਬੜੇ ਵੱਡੇ ਸੁਨੇਹੇ ਦਿੱਤੇ ਨੇ। ਉਹਨਾਂ ਸੁਨੇਹਾਂ ਨਾਲ ਜੁੜਨ ਦਾ ਯਤਨ ਕਰੀਏ। ਸੋ ਵੀਰ ਜੀ ਸਤਨਾਮ ਸਿੰਘ ਜੀ ਨੇ ਆਪਣਾ ਕੀਮਤੀ ਸਮਾਂ ਸਾਡੇ ਇਸ ਪ੍ਰੋਗਰਾਮ ਨੂੰ ਦਿੱਤਾ। ਮੈਂ ਬਹੁਤ ਬਹੁਤ ਦਿਲੋਂ ਧੰਨਵਾਦੀ ਹਾਂ। ਇਹਨਾਂ ਦੇ ਜੀਵਨ ਬਾਰੇ, ਇਹਨਾਂ ਦੇ ਕੰਮ ਬਾਰੇ ਤੇ ਹੁਣ ਤੱਕ ਦੇ
ਜਿਹੜਾ ਇਹਨਾਂ ਨੇ ਕਾਰਜ ਕੀਤੇ ਨੇ ਉਹਦੇ ਐਕਸਪੀਰੀਅੰਸ ਬਾਰੇ ਔਨ ਸਕਰੀਨ ਇਹਨਾਂ ਤੋਂ ਮੰਗ ਕਰਦਾ ਕਿ ਦੁਬਾਰਾ ਫੇਰ ਇਸੇ ਤਰ੍ਹਾਂ ਸਟੂਡੀਓ 'ਚ ਜੁੜ ਬੈਠਾਂਗੇ। ਸੋ ਅੱਜ ਇਸ ਅਵਾਰਡ ਸ਼ੋਅ ਦੇ ਵਾਸਤੇ ਅਸੀਂ ਇੱਥੇ ਵੀਰ ਜੀ ਨੇ ਆਪਣਾ ਸਮਾਂ ਦਿੱਤਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਨ। ਫਤਿਹ ਟੀਵੀ ਵੱਲੋਂ ਵੀ ਸੰਪੂਰਨ ਸਹਿਯੋਗ ਹੈ ਕਿ ਸਾਰੀ ਕਵਰੇਜ ਜਿਹੜੀ ਫਤਿਹ ਟੀਵੀ ਵੱਲੋਂ ਕੀਤੀ ਜਾਣੀ ਹੈ ਗੁਰੂ ਬਖਸ਼ਿਸ਼ ਕਰੇ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਮੈਂ ਬੇਨਤੀ ਕਰਾਂਗਾ ਵੀਰ ਜੀ ਸਨਾਮ ਸਿੰਘ ਗਬੜੀ ਖਾਨਾ ਨੂੰ ਕਿ ਅੱਜ ਦੀ ਫਤਿਹ ਟੀਵੀ ਰਾਹੀਂ ਦੇਖ ਰਹੀ ਵਿਸ਼ਵ ਭਰ ਦੀ ਸਿੱਖ ਸੰਗਤ, ਖਾਸ ਕਰਕੇ ਨੌਜਵਾਨ ਪੀੜ੍ਹੀ ਜੋ ਇਸ ਸ਼ੋਅ ਦੇ ਨਾਲ ਜੁੜੀ ਹੋਈ ਹੈ, ਉਹਨਾਂ ਨੂੰ ਇੱਕ ਸੁਨੇਹੇ ਦੇ ਰੂਪ ਵਿੱਚ ਜ਼ਰੂਰ ਦੋ ਲਫ਼ਜ਼ ਕਹਿਣ। ਮੇਰਾ ਸਮੁੱਚੇ ਸਿੱਖ ਜਗਤ ਦੇ ਨੌਜਵਾਨਾਂ ਨੂੰ ਇੱਕੋ ਇੱਕ ਸੁਨੇਹਾ ਹੈ। ਦੇਖੋ ਵੀਰੋ, ਵੀ ਜਦੋਂ ਸਾਡੇ ਵੱਡ ਵਡੇਰਿਆਂ ਦੀ ਪਿਛਲੀਆਂ ਗੱਲਾਂ ਨੂੰ ਅਸੀਂ ਵਾਚ ਕਰੀਏ ਤਾਂ ਕਿਹਾ ਜਾਂਦਾ ਸੀ ਕਿ ਜੇ ਇਸ ਪੱਗ ਨੂੰ ਕਿਸੇ ਨਾਲ ਪੱਗ ਨੂੰ ਵਟਾ ਲਿਆ ਜਾਂਦਾ ਸੀ ਤੇ ਜੇ ਤੁਹਾਡੇ ਕੋਲ ਖੂਨੀ ਰਿਸ਼ਤੇ ਦਾ ਭਰਾ ਨਹੀਂ ਸੀ ਤਾਂ ਇਹ ਪੱਗ ਤੁਹਾਨੂੰ ਭਰਾ ਦੇ ਦਿੰਦੀ ਸੀ। ਔਰ ਜੇ ਅਸੀਂ ਸੋਚੀਏ ਕਿ ਪੱਗ ਨੂੰ ਦਾਗ ਕਿਉਂ ਲੱਗਦਾ ਸੀ, ਇਹਦਾ ਮਤਲਬ ਇਹ ਨਹੀਂ ਸੀ ਕਿ ਕੋਈ ਇਹਦੇ ਤੇ ਦਾਗ ਲੱਗ ਜਾਂਦਾ ਸੀ, ਕੋਈ ਕੁਝ ਡੁੱਲ ਜਾਂਦਾ ਸੀ। ਦਾਗ ਉਦੋਂ ਲੱਗਦਾ ਸੀ ਜਦੋਂ ਤੁਹਾਡਾ ਪੁੱਤਰ ਕੋਈ ਗਲਤੀ ਕਰਦਾ ਤਾਂ ਪਿਓ ਸਮਝਦਾ ਸੀ ਕਿ ਮੇਰੀ ਪੱਗ ਨੂੰ ਦਾਗ ਲੱਗ ਗਿਆ, ਜਾਂ ਉਹਦੀ ਧੀ ਕੋਈ ਗਲਤੀ ਕਰਦੀ ਸੀ ਤਾਂ ਪਿਓ ਇਹ ਸਮਝਦਾ ਸੀ ਕਿ ਮੇਰੀ ਧੀ ਨੇ ਮੇਰੀ ਪੱਗ ਨੂੰ ਦਾਗ ਲਾਤਾ। ਦਾਗ ਪੱਗ ਨੂੰ ਨਹੀਂ ਲੱਗਦਾ ਸੀ, ਉਹਦੀ ਇੱਜ਼ਤ ਜਿਹੜੀ ਮਿੱਟੀ 'ਚ ਮਿਲ ਜਾਂਦੀ ਸੀ। ਵੀ ਪੱਗ ਆ ਜਿਹੜੀ ਇੱਕ ਅਸੀਂ ਸਾਰੇ ਕਹਿੰਦੇ ਆ ਵੀ ਇਹ ਤਾਜ ਹੈ, ਤਾਜ। ਹਾਂ, ਤਾਜ ਦੇ ਰੂਪ ਦੇ ਵਿੱਚ ਸਾਡੇ ਸਿਰ ਤੇ ਸਾਡੇ ਵਡੇਰਿਆਂ ਦੀ ਇਹ ਇੱਜ਼ਤ ਹੈ। ਤੇ ਔਰ ਜਦੋਂ ਅਸੀਂ ਕੋਈ ਇਸ ਪੱਗ ਨੂੰ ਬੰਨ੍ਹ ਕੇ ਉਸ ਪਿਓ ਦੀ ਪੱਗ ਨੂੰ ਅਸੀਂ ਆਪ ਗਲਤੀ ਕਰਦੇ ਹਾਂ ਤਾਂ ਉਹਦਾ ਦਾਗ ਆ ਸਾਡੇ ਪਿਤਾ ਨੂੰ, ਸਾਡੇ ਪੁਰਖਿਆਂ ਨੂੰ ਜਾਂਦਾ। ਸੋ ਇਸ ਅੱਜ ਜਿਵੇਂ ਅਸੀਂ ਸਮਝਦੇ ਹਾਂ ਕਿ ਪੱਗਾਂ ਗੁਰਦੁਆਰਾ ਸਾਹਿਬਾਨਾਂ ਵਿੱਚ ਲਹਿ ਰਹੀਆਂ, ਢਹਿ ਰਹੀਆਂ, ਪੁਲਿਸ ਵਾਲਿਆਂ ਦੀ ਪੈਰਾਂ 'ਚ ਆ ਰਹੀਆਂ, ਇਹ ਜਿਹੜਾ ਦਾਗ ਆ ਇਹ ਸਾਡੇ ਪੁਰਖਿਆਂ ਦੀ ਪੱਗ ਨੂੰ ਲੱਗਦਾ। ਇਸ ਪੱਗ ਨੂੰ ਸਾਂਭਣ ਵਾਸਤੇ ਤੁਹਾਡੀ ਸਪੋਰਟ ਦੀ ਲੋੜ ਹੈ। ਇਸ ਕੱਲੀ ਪੱਗ ਬੰਨਣ ਨੂੰ ਇੱਕ ਫੈਸ਼ਨ ਦਾ ਰੂਪ ਦੇ ਨਾਲ ਨਹੀਂ ਲੈਣਾ ਸੀ। ਇਸ ਪੱਗ ਦੀ ਇੱਜ਼ਤ ਨੂੰ, ਇਸ ਪੱਗ ਦੇ ਦਾਗ ਨੂੰ, ਇਸ ਪੱਗ ਨੂੰ ਸਮਝਣ ਦੀ ਵੀ ਲੋੜ ਹੈ। ਸੋ ਸਾਰੇ ਨੌਜਵਾਨ ਵੀਰਾਂ ਨੂੰ ਫਤਿਹ ਟੀਵੀ ਜਰੀਏ ਮੈਂ ਸੁਨੇਹਾ ਦੇਣਾ ਚਾਹੁੰਦਾ ਕਿ ਇਸ ਪੱਗ ਨੂੰ, ਇਸ ਪੱਤ ਨੂੰ ਅਸੀਂ ਸਾਂਭ ਕੇ ਰੱਖਣਾ ਜਿਹੜੇ ਸਾਡੇ ਪੁਰਖਿਆਂ ਨੇ, ਸਾਡੇ ਪਿਤਾ ਨੇ ਸਾਨੂੰ ਬਖਸ਼ੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਇਹ ਕੁਝ ਗੱਜ ਦਾ ਕੱਪੜਾ ਨਹੀਂ ਹੁੰਦਾ। ਬਹੁਤ ਵਧੀਆ ਵੀਰ ਨੇ ਕਿਹਾ, ਇਹ ਸਾਡੇ ਪੁਰਖਿਆਂ ਦਾ ਇਤਿਹਾਸ ਹੈ। ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਹ ਜੀਵਤ ਕਈ ਹਜ਼ਾਰ ਵਾਲਾ ਮਾਣ ਹੈ ਇਹਦੇ ਵਿੱਚ। ਸੋ ਅਸੀਂ ਕੋਸ਼ਿਸ਼ ਕਰਨੀ ਹੈ ਕਿ ਉਹ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦੇ ਕੇ ਲਹੂ ਨਾਲ ਸਿੰਜਿਆ ਇਹਨੂੰ। ਪਿੱਛੇ ਜੇ ਕਿਸੇ ਗਾਇਕ ਨੇ ਇੱਕ ਗੀਤ ਵੀ ਗਾਇਆ ਸੀ ਕਿ ਇਹਦੇ ਉੱਤੇ ਪਾਣੀ ਦੇ ਛਿੱਟੇ ਨਹੀਂ ਵੱਜ ਕੇ ਵੱਜਦੀ, ਇਹਦੇ ਉੱਤੇ ਲਹੂ ਦੇ ਛਿੱਟੇ ਸਾਡੇ ਸ਼ਹੀਦਾਂ ਨੇ ਦੇ ਕੇ ਇਹ ਸਾਡੇ ਸਿਰ ਤੇ ਸਰਦਾਰੀ ਦਾ ਤਾਜ ਦਿੱਤਾ। ਤੇ ਪੂਰੀ ਦੁਨੀਆ ਦੇ ਵਿੱਚ ਅਸੀਂ ਕਿਤੇ ਵੀ ਹੋਈਏ ਤੇ ਲੋਕੀ ਸਾਡਾ ਨਾਮ ਹੀ ਜਾਣਦੇ ਹੋਣ, ਪਰ ਇੱਕ ਸ਼ਬਦ ਹੈ ਜਿਹੜਾ ਸਾਡੀ ਆਇਡੈਂਟੀਟੀ ਬਣ ਚੁੱਕਾ ਹੈ, ਉਹ ਹੈ ਸਰਦਾਰ ਜੀ। ਤੇ ਕੋਸ਼ਿਸ਼ ਕਰੀਏ ਕਿ ਕੋਈ ਸਾਨੂੰ ਸਰਦਾਰ ਜੀ ਕਹੇ। ਇਸ ਲਈ ਸਾਡਾ ਗੁਰੂ ਵਾਲੇ ਹੋਣਾ, ਦਸਤਾਰਧਾਰੀ ਹੋਣਾ ਤੇ ਇਸ ਦਸਤਾਰ ਦੇ ਮਾਣ ਨੂੰ ਆਪਣੀ ਜ਼ਿੰਦਗੀ ਵਿੱਚ ਜਿਉਣਾ ਬਹੁਤ ਜ਼ਰੂਰੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਇੱਕ ਵਾਰੀ ਫੇਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ। ਦੁਬਾਰਾ ਫੇਰ ਕਿਸੇ ਐਸੀ ਹੀ ਪੰਥ ਦੀ ਨਾਮਵਰ ਸ਼ਖਸੀਅਤ ਜਿਹੜੀ ਕੌਮ ਲਈ ਕਾਰਜ ਕਰ ਰਹੀ ਹੈ, ਉਹਨਾਂ ਨੂੰ ਲੈ ਕੇ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ। ਤਦ ਤੱਕ ਲਈ ਦਿਓ ਇਜਾਜ਼ਤ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।